ਵਾਹਿਗੁਰੂ 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 ਵਾਹਿਗੁਰੂ। ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਗਰਭ ਗਹਿਲੜੋ ਮੂੜੜੋ ਹੀਓ ਰੇ। ਹੀਓ ਮਹਾਰਾਜਰੀ ਮਾਇਓ। ਡੀਹਰ ਨਿਆਈ ਮੋਹਿ ਫਾਕਿਓ ਰੇ। ਗਰਭ ਗਹਿਲੜੋ ਮੂੜੜੋ ਹੀਓ ਰੇ। ਹੀਓ ਮਹਾਰਾਜਰੀ ਮਾਇਓ। ਡੀਹਰ ਨਿਆਈ ਮੋਹਿ ਫਾਕਿਓ ਰੇ। ਰਹਾਉ ਘਣੋ 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 ਸਦ ਲੋੜਾ। ਬਿਨ ਲਹਿਣੇ ਕਾਠਾ ਪਾਇਓ ਰੇ। ਮਹਾਰਾਜ ਰੋਗਾਥ ਵਾਹੂ ਸਿਉ ਲੁਬੜਿਓ। ਨੇ ਭਾਗੜੋ ਭਾਹੀ ਸੰਜੋਇਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ। ਥਾਰੇ ਸਗਲੇ ਪ੍ਰਾਸ਼ਿਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜ ਰੇ ਗਾਠੜਿਓ। ਜਨ ਨਾਨਕ ਗਰਭਾਸ ਨ ਪਾਵੜਿਓ ਰੇ। ਸੁਣ ਮਨ ਸੀਖ ਸਾਧੂ ਜਨ ਸਗਲੋ। ਥਾਰੇ ਸਗਲੇ ਪ੍ਰਾਸ਼ਿਤ ਮਿਟਿਓ ਰੇ। ਜਾ ਕੋ ਲਹਿਣੋ ਮਹਾਰਾਜ ਰੇ ਗਾਠੜਿਓ। ਜਨ ਨਾਨਕ ਗਰਭਾਸ ਨ ਪਾਵੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਬਦ ਅਵਤਾਰ ਬਾਣੀ ਦੇ ਬੋਹਿਤ ਜੁਗੋਹ ਜੁਗ ਅਟਲ परम सन्मान योग परम सत्कार योग चवर छत्र तखत के मालिक साहिबे इकबाल साहिबे बरकत साहिबे कमाल मुर्शदे कामल कामले रहबर रोशने चिराग नूरे नज़र ज्ञान दे सागर समुची मनुखता दे साझा आत्मक भंडार साहिब गुरु ग्रंथ साहब जी दी पावन हजूरी विच जुड़ बैठ के पीरां दे पीर बाबियां दे बाबे जोगियां दे जोगी नाथां दे नाथ रहबरां दे रहबर गुरुआं दे गुरु महान गुरु साहिब गुरु रामदास साहब जी दे साहिब गुरु अर्जन देव साहब जी दे पावन पवित्र अस्थान गुरुद्वारा मंजी साहब दीवान हाल सचखंड श्री दरबार साहब तो गुरु के हुक्म दी कथा सुन रही सन्मान योग साध संगत जीओ गुरु की बख्शी फतेह बुलाओ। वाहिगुरु जी का खालसा वाहिगुरु जी की फतेह। गर्भ अहंकार अभिमान जिथे अहंकार है ਉੱਥੇ ਨਿਰੰਕਾਰ नहीं हो सकता। जिथे निरंकार है ਉੱਥੇ अहंकार ਲਈ कोई गल नहीं है। जिथे अहंकार आ जाता है जिथे गर्भ आ जावे अभिमान आ जावे ਉੱਥੇ
ਕੀਤੀ ਸੇਵਾ ਵੀ ਨਿਫਲ ਚਲੀ ਜਾਂਦੀ ਹੈ। ਹਉਮੈ ਨਾਮੈ ਨਾਲ ਵਿਰੋਧ ਹੈ, ਦੋਇ ਨ ਵਸੈ ਇਕ ਠਾਏ। ਹਉਮੈ ਵਿੱਚ ਸੇਵਾ ਨਾ ਹੋਵਈ, ਤਾਂ ਮਨ ਬਿਰਥਾ ਜਾਏ। ਜਿਥੇ ਅਭਿਮਾਨ ਹੈ, ਤੀਰਥ ਵਰਤ ਅਰਦਾਨ ਕਰ। ਮਨ ਮੈਂ ਧਰੈ ਗੁਮਾਨ, ਨਾਨਕ ਨਿਹਫਲ ਜਾਤ ਤਹਿ ਜੋ ਕੁੰਚਰ ਇਸ਼ਨਾਨ। ਕਹਿੰਦੇ ਸਭ ਕੁਝ ਵਿਅਰਥ ਚਲਾ ਜਾਂਦਾ ਏ ਜੇ ਕਿਤੇ ਨਾਮ ਜਪਣ ਦਾ ਵੀ ਅਹੰਕਾਰ ਕਰ ਲਿਆ ਜਾਵੇ, ਜੇ ਕਿਤੇ ਸਿਮਰਨ ਕਰਨ ਦਾ ਵੀ ਅਹੰਕਾਰ ਕਰ ਲਿਆ ਜਾਵੇ, ਤੇ ਕਹਿੰਦੇ ਇਹ ਸਭ ਕੁਝ ਵਿਅਰਥ ਚਲਾ ਜਾਂਦਾ ਏ। ਅੱਜ ਸਤਿਗੁਰੂ ਜੀ ਦਾ ਪਾਵਨ ਜੋ ਹੁਕਮ ਹੈ, ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਇਹ ਰਾਜਸਥਾਨੀ ਬੋਲੀ ਹੈ। ਗੁਰੂ ਗ੍ਰੰਥ ਸਾਹਿਬ ਜੀ ਐਸੇ ਮਹਾਨ ਸਤਿਗੁਰੂ ਨੇ ਜਿਸ ਵਿੱਚ ਹਰ ਇੱਕ ਭਾਸ਼ਾ ਨੂੰ ਜਗ੍ਹਾ ਦਿੱਤੀ ਗਈ ਹੈ। ਮੁਲਤਾਨੀ ਹੋਵੇ, ਰਾਜਸਥਾਨੀ ਹੋਵੇ, ਗੁਜਰਾਤੀ ਹੋਵੇ, ਪੰਜਾਬੀ ਹੋਵੇ, ਹਿੰਦੀ ਹੋਵੇ, ਇੱਥੇ ਇਹੋ ਜੀ ਬਾਣੀ ਉਚਾਰਨ ਕੀਤੀ ਹੈ ਜੋ ਮਾਲਕ ਵਾਹਿਗੁਰੂ ਕਿਸੇ ਦੇ ਰੂਪ ਵਿੱਚ ਵੀ ਬੋਲਿਆ ਹੋਵੇ, ਉਹ ਭਗਤ ਹੋਵੇ, ਗੁਰੂ ਹੋਵੇ, ਸਿੱਖ ਹੋਵੇ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜ਼ਿਆਦਾਤਰ ਬਾਣੀ ਬ੍ਰਜ ਭਾਸ਼ਾ ਦੇ ਵਿੱਚ ਹੈ। ਅੱਜ ਇਹ ਹੁਕਮ ਰਾਜਸਥਾਨੀ ਬੋਲੀ ਦੇ ਵਿੱਚ ਹੈ। ਗੁਰੂ ਰਾਮਦਾਸ ਸਾਹਿਬ ਆਪ ਕਿਰਪਾ ਕਰਨ, ਇਹ ਵਿਚਾਰ ਕਰਵਾ ਲੈਣ, ਇਹ ਵਿਚਾਰ ਸਾਡੇ ਹਿਰਦੇ 'ਚ ਵਸ ਜਾਵੇ। ਕਰੋ ਕਿਰਪਾ, ਇਕਾਗਰਤਾ ਤੁਹਾਡੀ ਬਹੁਤ ਮਿਲ ਰਹੀ ਹੈ। ਫਿਰ ਵੀ ਮਨ ਜੇ ਕਿਤੇ ਭਟਕ ਰਿਹਾ ਹੈ, ਮਨ ਨੂੰ ਆਵਾਜ਼ ਮਾਰੋ, ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਤੇ ਇੱਕ ਵਾਰੀ ਗੱਜ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾ। ਟੋਡੀ ਰਾਗ ਦੇ ਵਿੱਚ ਮਹੱਲਾ ਪੰਜਵਾਂ, ਭਾਵ ਕਿ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਇਹ ਪਾਵਨ ਹੁਕਮ ਉਪਦੇਸ਼ ਹੈ। ਗਰਭ ਗਹਿਲੜੋ ਮੂੜੜੋ ਹਿਓਰੇ। ਗਰਭ ਗਹਿਲੜੋ ਮੂੜੜੋ ਹਿਓਰੇ। ਗਰਭ ਅਹੰਕਾਰ, ਗਹਿਲੜੋ ਕਹਿੰਦੇ ਅਹੰਕਾਰ ਦੇ ਵਿੱਚ ਝੱਲਾ ਹੋਇਆ ਇਹ ਜੋ ਹਿਰਦਾ ਹੈ, ਮਨ ਹੈ, ਇਹ ਜੋ ਮਨੁੱਖ ਹੈ, ਕਿਉਂਕਿ ਜਿਹਦਾ ਮਨ ਝੱਲਾ ਹੋਇਆ ਉਹ ਬੰਦਾ ਵੀ ਝੱਲਾ ਹੀ ਹੈ। ਝੱਲਾ ਕਿਹਨੂੰ ਕਿਹਾ ਜਾਂਦਾ ਹੈ? ਕਮਲੇ ਨੂੰ। ਤੇ ਕਮਲੇ ਦੀ ਨਿਸ਼ਾਨੀ ਕੀ ਹੈ? ਉਹਦੀ ਪਛਾਣ ਕੀ ਹੈ? ਉਹਦੀ ਪਛਾਣ ਇਹ ਹੀ ਹੈ ਕਿ ਉਹਨੂੰ ਕਿਸੇ ਗੱਲ ਦੀ ਪਛਾਣ ਹੀ ਨਹੀਂ ਹੈ। ਉਹਨੂੰ ਕਿਸੇ ਗੱਲ ਦੀ ਪਛਾਣ ਹੀ ਨਹੀਂ ਹੈ। ਕੱਪੜੇ ਲੀੜੇ ਅਸੀਂ ਵੀ ਪਾਉਂਦੇ ਹਾਂ, ਉਹ ਵੀ ਪਾਉਂਦਾ ਹੈ, ਪਰ ਉਹਨੂੰ ਪਤਾ ਨਹੀਂ ਪਾਉਣੇ ਕਿੱਦਾਂ ਨੇ। ਉਹ ਪੁੱਠੇ ਵੀ ਪਾ ਲੈਂਦਾ। ਖਾਣਾ ਅਸੀਂ ਵੀ ਖਾਂਦੇ ਹਾਂ, ਉਹ ਵੀ ਖਾਂਦਾ ਹੈ, ਪਰ ਉਹਨੂੰ ਪਤਾ ਨਹੀਂ ਖਾਣਾ ਕਿੱਦਾਂ ਹੈ। ਉਹ ਥੱਲੇ ਵੀ ਡੋਲਦਾ ਹੈਗਾ, ਕੱਪੜਿਆਂ ਉੱਤੇ ਵੀ ਡੋਲਦਾ ਹੈਗਾ, ਕਿਉਂਕਿ ਉਹਨੂੰ ਪਛਾਣ ਨਹੀਂ। ਤੁਰਦੇ ਅਸੀਂ ਵੀ ਹਾਂ, ਤੁਰਦਾ ਉਹ ਵੀ ਹੈ, ਪਰ ਉਹਨੂੰ ਆਪਣੇ ਮੰਜ਼ਿਲ ਦੀ ਪਛਾਣ ਨਹੀਂ ਹੈ। ਜਿੱਧਰ ਮੂੰਹ ਹੈ ਉੱਧਰ ਤੁਰ ਪੈਂਦਾ ਹੈ। ਤੇ ਕਹਿੰਦੇ ਜਿਹੜਾ ਅਭਿਮਾਨੀ ਬੰਦਾ ਹੈ, ਜੋ ਗਰਭ ਦੇ ਵਿੱਚ ਝੱਲਾ, ਗਹਿਲਾ, ਗਹਿਲੜੋ, ਜਿਹਨੇ ਗਹਿ ਲਿਆ ਏ ਉਸ ਝੱਲੇਪਨ ਨੂੰ, ਭਾਵ ਕਿ ਗਰਭ ਨੂੰ, ਉਹ ਝੱਲਾ ਹੋਇਆ ਬੰਦਾ, ਉਹਨੂੰ ਵੀ ਪਛਾਣ ਨਹੀਂ ਕਿ ਬੋਲਣਾ ਕੀ ਹੈ। ਉਹ ਅਹੰਕਾਰ ਦੇ ਵਿੱਚ ਇਹੋ ਜਿਹੇ ਬੋਲ ਜਾਂਦਾ ਹੈ ਕਿ ਕਈਆਂ ਦਾ ਹਿਰਦਾ ਜੋ ਹੈ ਤੋੜ ਕੇ ਰੱਖ ਦਿੰਦਾ ਹੈ, ਕਈਆਂ ਨੂੰ ਦੁੱਖ ਦੇ ਦਿੰਦਾ ਹੈ। ਕੁਝ ਮਨੁੱਖ ਜਿਹੜੇ ਨੇ ਨਾ, ਅਭਿਮਾਨ ਨੂੰ, ਗਰਭ ਨੂੰ ਅਣਖ ਦਾ ਰੂਪ ਵੀ ਦਿੰਦੇ ਨੇ। ਕਹਿੰਦੇ ਜੀ ਮੇਰੇ 'ਚ ਅਣਖ ਹੈ, ਪਰ ਇੱਕ ਗੱਲ ਯਾਦ ਰੱਖਿਓ, ਅਣਖ ਗੈਰਤ ਜੋ ਹੈ ਉਹਦੇ ਵਿੱਚ ਤੇ ਅਭਿਮਾਨ ਗਰਭ ਦੇ ਵਿੱਚ ਬਹੁਤ ਅੰਤਰ ਹੈ। ਇੱਕ ਗੱਲ ਯਾਦ ਰੱਖਣਾ, ਜਿਹਦੇ ਵਿੱਚ ਅਣਖ ਗੈਰਤ ਹੈ ਉਹ ਦੂਜੇ ਦੀ ਇੱਜ਼ਤ ਕਦੀ ਵੀ ਲਾਹੁੰਦਾ ਨਹੀਂ ਹੈ ਤੇ ਨਾ ਆਪਣੀ ਇੱਜ਼ਤ ਲਾਹੁਣ ਦਿੰਦਾ ਹੈ।
पर ਜਿਹਦੇ ਵਿੱਚ ਅਭਿਮਾਨ ਹੈ, ਅਹੰਕਾਰ ਹੈ, ਉਹ ਹਮੇਸ਼ਾ ਦੂਜਿਆਂ ਦੀ ਇੱਜ਼ਤ ਲਾਹੁੰਦਾ ਹੈ। ਚਾਰ ਬੰਦਿਆਂ ਦੇ ਵਿੱਚ ਕਿਸੇ ਨੂੰ ਵੀ ਕੁਝ ਬੋਲ ਦਿੰਦਾ ਹੈ ਤੇ ਇੱਕ ਦਿਨ ਉਹਦੇ ਨਾਲ ਵੀ ਇਹੀ ਕੁਝ ਹੋ ਜਾਂਦਾ ਹੈ ਕਿ ਸਾਹਮਣੇ ਵਾਲਾ ਕੋਈ ਉਹਦੀ ਇੱਜ਼ਤ ਲਾਹ ਦਿੰਦਾ ਹੈ। ਭਾਵ ਕਿ ਅਹੰਕਾਰੀ ਬੰਦਾ ਜਿਹੜਾ ਹੈ, ਅਭਿਮਾਨੀ ਬੰਦਾ ਜਿਹੜਾ ਹੈ, ਉਹ ਨਾ ਆਪਣੀ ਇੱਜ਼ਤ ਰੱਖ ਪਾਉਂਦਾ, ਨਾ ਦੂਜੇ ਦੀ ਇੱਜ਼ਤ ਰੱਖ ਪਾਉਂਦਾ ਹੈ। ਤੇ ਸਤਿਗੁਰੂ ਸਾਹਿਬ ਅੱਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿ ਰਹੇ ਨੇ, ਗਰਭ ਗਹਿਲੜੋ ਮੂੜੜੋ ਹੀਓ ਰੇ। ਹਿਰਦੇ ਦੇ ਵਿੱਚ ਤੂੰ ਗਰਭ ਪਾਲ ਲਿਆ ਤੇ ਫਿਰ ਮੂੜੜੋ, ਮੂੜਾ, ਮੂਰਖ, ਕਹਿੰਦੇ ਫਿਰ ਮੂਰਖ ਹੋ ਗਿਆ। ਹੁਣ ਮੂਰਖ ਕੌਣ ਹੈ? ਕਿਉਂ ਨਾ ਹਰ ਕੋ ਨਾਮ ਲੈ ਮੂਰਖ ਨਿਲਾਜ ਰੇ। ਨਿਸ ਦਿਨ ਸੁਨ ਕੈ ਪੁਰਾਨ ਸਮਝਤ ਨਹਿਰੇ ਅਜਾਨ ਕਾਲ ਤਉ ਪਹੁੰਚਿਓ ਆਨ ਕਹਾਂ ਜਹਿ ਭਾਜ ਰੇ। ਕਹਿੰਦੇ ਮੂਰਖ ਉਹ ਹੈ ਜੋ ਨਾਮ ਨਹੀਂ ਜਪਦਾ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੀਏ ਕਿ ਮੂਰਖ ਕੌਣ ਹੈ? ਸਾਹਿਬ ਕਹਿੰਦੇ ਨਾਨਕ ਮੂਰਖ ਇਹ ਗੁਣ ਬੋਲਾ ਸਦਾ ਵਿਨਾਸ਼। ਕਹਿੰਦੇ ਮੂਰਖ ਦਾ ਲੱਛਣ ਇਹ ਹੈ ਕਿ ਉਹ ਬਕਵਾਸ ਹੀ ਬੋਲੇਗਾ, ਉਹ ਵਿਨਾਸ਼ ਹੀ ਬੋਲੇਗਾ। ਤੇ ਸਿਰੇ ਦਾ ਮੂਰਖ ਕੌਣ ਹੈ ਸਾਹਿਬ ਜੀ? ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਨੇ। ਕਹਿੰਦੇ ਮੂਰਖਾਂ ਸਿਰ ਮੂਰਖ ਜੇ ਮੰਨੈ ਨਾਹੀ ਨਾਉ। ਕਹਿੰਦੇ ਉਹ ਸਿਰੇ ਦਾ ਮੂਰਖ ਹੈ ਜੋ ਮਾਲਕ ਵਾਹਿਗੁਰੂ ਜੀ ਦੀ ਏਡੀ ਵੱਡੀ ਤਾਕਤ ਨੂੰ, ਪਾਵਰ ਨੂੰ, ਸ਼ਕਤੀ ਨੂੰ ਵੇਖਦਾ ਏ ਕਿ ਇੱਕ ਛਿਨ ਦੇ ਵਿੱਚ ਭੂਚਾਲ ਆਉਂਦੇ ਨੇ, ਸਭ ਕੁਝ ਗਰਕ ਹੋ ਜਾਂਦਾ ਏ। ਇੱਕ ਛਿਨ ਦੇ ਵਿੱਚ ਸੁਨਾਮੀ ਲਹਿਰਾਂ ਆਉਂਦੀਆਂ ਨੇ, ਸਭ ਕੁਝ ਰੋੜ ਕੇ ਲੈ ਜਾਂਦੀਆਂ ਨੇ। ਉਹ ਵੇਖਦਾ ਸਭ ਕੁਝ ਹੈ, ਫਿਰ ਵੀ ਉਹ ਪ੍ਰਮਾਤਮਾ ਦਾ ਨਾਮ ਨਹੀਂ ਜਪਦਾ, ਉਸ ਤੋਂ ਡਰਦਾ ਨਹੀਂ ਹੈ। ਕਹਿੰਦੇ ਉਹ ਸਿਰੇ ਦਾ ਮੂਰਖ ਹੈ। ਭਾਈ ਕਾਹਨ ਸਿੰਘ ਨਾਭਾ ਨੇ ਮੂਰਖ ਸ਼ਬਦ ਦੇ ਅਰਥ ਬੜੇ ਕਮਾਲ ਕੀਤੇ ਨੇ। ਉਹ ਕਹਿੰਦੇ ਨੇ ਮੂਰਖ ਕੌਣ ਹੈ? ਜੋ ਮੂੰਹ ਰੱਖ ਕੇ ਗੱਲ ਕਰੇ, ਉਹ ਸੱਚ ਬੋਲੇ ਹੀ ਨਾ ਕਦੀ, ਹਰ ਵੇਲੇ ਮੂੰਹ ਮੁਲਾਜਾ। ਕੋਈ ਕਹਿੰਦਾ ਏ ਕਿ ਅਗਲਾ ਬੰਦਾ ਕਿਸੇ ਦਾ ਬੁਰਾ ਕਰਨ ਦਾ ਕਹਿ ਰਿਹਾ ਏ, ਉਹ ਅਗਲੇ ਦਾ ਕਤਲ ਕਰਨ ਨੂੰ ਕਹਿ ਰਿਹਾ ਏ, ਤੂੰ ਉਹਦਾ ਮਿੱਤਰ ਹੈ, ਸਮਝਾ ਦਿੰਦਾ। ਉਹ ਕਹਿੰਦਾ ਜੀ ਮੂੰਹ ਮੁਲਾਜਾ ਜੋ ਸੀ, ਮੈਂ ਕੀ ਉਹਨੂੰ ਕਹਿੰਦਾ, ਮੇਰੇ ਤੋਂ ਨਾਰਾਜ਼ ਹੋ ਜਾਂਦਾ। ਨਹੀਂ ਭਲਿਆ, ਜੇ ਤੂੰ ਸੱਚ ਕਹਿ ਦਿੰਦਾ, ਕੀ ਪਤਾ ਕਈਆਂ ਦਾ ਬੁਰਾ ਹੋਣ ਤੋਂ ਬਚ ਜਾਂਦਾ। ਕਿਉਂਕਿ ਕਿਹਾ ਜਾਂਦਾ ਹੈ ਨਾ, ਨਜ਼ਾਰੇ ਕੁਛ ਐਸੇ ਵੀ ਦੇਖੇ हैं तारीख की निगाहों ने, लम्हे ने खता की सदियों ने सजा पाई, लम्हे ने खता की सदियों ने सजा पाई। एक छिन्न दा क्रोध, अहंकार दे बोले बोल बड़ा कुछ बिगाड़ दिंदे ने। द्रौपदी दा एक बोल कि अन्ने दा पुत्र अन्ना, वो एडा वड्डा महाभारत खड़ा कर दिता। अहंकार दे बोल हमेशा दुखी करते ने। ते साहब कहते गर्भ करत है देह को बिनसै छनमै मीत। तू कादा हंकार करदा? इस देह दा, ये जिहड़े अंग शरीर दे मिले ने, इस सुंदरता दा माहन कर रहा है। ये ते एक छिन दे विच खत्म हो जाती है। ये शरीर जिहड़ा है, कहंदे क्या परवासा इस भांडे का, इतनक ला के ठनका। एक ठेडा लगा नहीं, इन्हें टुट भज जाना है। ते क्यों हिरदे दे विच ये मान करी बैठा है। हीयो महाराज री मायो। हीयो हिरदा, महाराज, महाराज प्रभु परमात्मा, उन्हें जो माया बनाई है ना, कहते उस माया दे मोह विच तू इतना गर्व करदा है, इतना अहंकार करदा है। पर माया ते एक छां है, एक परछावां है। तू रब नूं पकड़, तू मालक वाहिगुरू नूं पकड़, परछावें दे पिछे किथे तुरिया फिरदा है। मैनूं गल चेते आई, कहंदे एक बजुर्ग बाबा सी, बंदगी करन वाला महान पुरख दूजे शहर चला गया ते गुरुद्वारे बैठा है। ते एक बीबी ने वेख लिया कि लगदा ते बाहरों है किते, ते नाम जप रहा है, सिमरन वाली रूह है। ते बेनती कर दी, बाबा जी घर चलो, लंगर छको चल के। ते विखावा नहीं कीता, तुर पै। जद उत्थे पुजे ने ते बीबा ते लंगर बनाउण लग गई। ते एक बच्चा है 5 साल दा, ओहदा 4 साल दा, रोई जांदा। पुछया बीबा रोंदा क्यों बच्चा? अणहोणी गल करना चाहुंदा बाबा जी, इहनूं चुप नहीं कराया जा सकदा। की करना चाहुंदा? कहंदी जी परछावां फड़ना चाहुंदा, अपना साया फड़ना चाहुंदा है। कहंदे लिया फिर फड़ा दिंदे आ।
ਹੈਰਾਨ ਹੋਈ ਵੀ ਪਰਛਾਵੇਂ ਨੂੰ ਕਿਸ ਤਰ੍ਹਾਂ ਪਕੜਾਉਣਗੇ। ਪਰ ਹੁਣ ਬਚਨ ਹੋ ਗਿਆ ਸੀ ਤੇ ਸਾਹਮਣੇ ਲਿਆਈ। ਬੱਚੇ ਨੂੰ ਪੁੱਛਿਆ ਕਿ ਤੂੰ ਪਰਛਾਵੇਂ ਨੂੰ ਫੜਨਾ ਚਾਹੁੰਦਾ ਹੈ? ਹਾਂਜੀ। ਕਿੱਥੋਂ ਫੜਨਾ ਚਾਹੁੰਦਾ? ਕਹਿੰਦਾ ਜੀ ਸਿਰ ਤੋਂ। ਤੇ ਫਿਰ ਇੱਕ ਤਰੀਕਾ ਇਹਨੂੰ ਫੜਨ ਦਾ, ਇੱਕ ਕੰਮ ਕਰ, ਉਧਰ ਵੇਖ ਪਰਛਾਵਾਂ ਨਜ਼ਰ ਆ ਰਿਹਾ ਤੈਨੂੰ ਪਿੱਛੇ? ਕਹਿੰਦੇ ਹਾਂ। ਤੇ ਇੱਕ ਕੰਮ ਕਰ ਕਿ ਤੂੰ ਪਰਛਾਵੇਂ ਦਾ ਸਿਰ ਨਾ ਫੜ, ਤੂੰ ਆਪਣਾ ਸਿਰ ਪਕੜ ਲੈ। ਤੂੰ ਆਪਣਾ ਸਿਰ ਫੜ ਲੈ ਤੇ ਪਰਛਾਵੇਂ ਦਾ ਸਿਰ ਫੜਿਆ ਜਾਵੇਗਾ। ਹੁਣ ਜੋ ਕੁਝ ਬੰਦਾ ਕਰਦਾ ਪਰਛਾਵੇਂ ਵਿੱਚ ਨਜ਼ਰ ਆਉਂਦਾ ਹੈ। ਜਦੋਂ ਨੇ ਸਿਰ ਫੜਿਆ ਤੇ ਉੱਥੇ ਵੀ ਸਿਰ ਫੜਿਆ ਹੋਇਆ ਸੀ। ਹੁਣ ਉਸ ਬੰਦਗੀ ਕਰਨ ਵਾਲੇ ਪੁਰਸ਼ ਨੇ ਕਿਹਾ ਕਿ ਸੂਰਜ ਵੱਲ ਮੂੰਹ ਕਰਕੇ ਤੂੰ ਇੱਧਰ ਤੁਰ, ਪਰਛਾਵਾਂ ਹੁਣ ਤੇਰੇ ਪਿੱਛੇ ਪਿੱਛੇ ਆਵੇਗਾ, ਤੂੰ ਇਹਨੂੰ ਫੜ ਲਿਆ ਹੈ। ਜਦ ਉਹ ਬੱਚਾ ਤੁਰਿਆ ਸੂਰਜ ਵੱਲ ਤੇ ਪਰਛਾਵਾਂ ਪਿੱਛੇ ਪਿੱਛੇ ਆ ਰਿਹਾ ਸੀ, ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ। ਗੱਲ ਉਸ ਨਾਦਾਨ ਬੱਚੇ ਵਰਗੀ ਸਾਡੀ ਵੀ ਹੈ। ਅਸੀਂ ਕੀ ਕਰਨਾ ਚਾਹੁੰਦੇ ਹਾਂ? ਅਸੀਂ ਮਾਇਆ ਨੂੰ ਫੜਨਾ ਚਾਹੁੰਦੇ ਹਾਂ, ਮਾਇਆ ਦੇ ਹਰ ਇੱਕ ਰੂਪ ਨੂੰ ਪਕੜਨਾ ਚਾਹੁੰਦੇ ਹਾਂ, ਪਰ ਮਾਇਆ ਦੇ ਮਾਲਕ ਨੂੰ ਨਹੀਂ ਫੜਨਾ ਚਾਹੁੰਦੇ। ਭਾਵ ਕਿ ਆਪਣੇ ਆਪ ਨੂੰ ਨਹੀਂ ਫੜਨਾ ਚਾਹੁੰਦੇ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੁੱਢ ਦੀ ਪਛਾਣ ਕਰ। ਇਹ ਆਤਮਾ ਆਈ ਕਿੱਥੋਂ ਹੈ? ਇਹ ਪ੍ਰਮਾਤਮਾ ਦਾ ਅੰਸ਼ ਹੈ। ਜਿਸ ਦਿਨ ਤੂੰ ਆਪਣੀ ਪਛਾਣ ਕਰ ਲਈ, ਜਿੱਥੋਂ ਗੱਲ ਆਰੰਭ ਹੋਈ ਸੀ ਵੀ ਝੱਲਾ ਕੌਣ ਹੈ, ਪਾਗਲ ਕੌਣ ਹੈ, ਉਹਦੀ ਪਛਾਣ ਕੀ ਹੈ? ਉਹਦੀ ਪਛਾਣ ਹੀ ਇਹ ਹੈ, ਉਹਨੂੰ ਕਿਸੇ ਗੱਲ ਦੀ ਪਛਾਣ ਹੀ ਨਹੀਂ ਹੈ। ਤੇ ਜਿਸ ਬੰਦੇ ਨੂੰ ਵੀ ਆਪਣੇ ਆਪੇ ਦੀ ਪਛਾਣ ਨਹੀਂ ਹੈ, ਇਹ ਬਾਹਰ ਸਭ ਕੁਝ ਪਕੜਨਾ ਚਾਹੁੰਦਾ, ਅੰਦਰ ਕੁਝ ਨਹੀਂ ਫੜਨਾ ਚਾਹੁੰਦਾ। ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁਖਾਂ ਸਾਧ ਨਾ ਪਾਇਆ। वो ते अंदर ही है, दिल के आईने में छुपा रखी है तस्वीरे यार, जब जरा गर्दन झुकाई देख ली। वो यार ते अंदर ही वसिया होया है, पर खोज किते बाहर तुर रही है, पर खोज भी हर एक नहीं कर रहा। सुन यार हमारे सज्जन, एक करों बेनंतियां, तिस मोहन लाल प्यारे हाँ फिरों खोजंतियां। वो यार ते अंदरों ही मिल जाता। भाई साहब नंद लाल साहब जी कहते, दिल अगर दाना बवद अंदर किनारश यार हस्त, चश्म गर बीना बवद हर तरफ दीदार हस्त। तेरे दिल विच तांग होनी चाहिए सी उस प्यारे नूं वेखण दी, ते उहनूं ते अंदरों ही वेख लैंदा। वेख तेरे कोलों वेखण वाली अख होवे, तू हर एक विचों उहनूं वेख सकदा, हर पासे उहदे दीदार कर सकदा है। पर बंदा अंदरों वेखे ही किस तरह? क्योंकि अंदर ते कुछ होर बिठाया होया है। अंदर निरंकार नहीं, अहंकार भरिया होया हिरदे दे विच भी, मन दे विच, मत दे विच। ते साहब कह रहे ने कि हियो महराज री मायो, हियो हिरदे दे विच प्रभु मालक वाहिगुरू नूं नहीं वसाया, ओदी बनाई माया नूं वसा लिया है। एक प्रयोग करके वेख्यो कि जिस तरह ये सारे सुख ने माया दे, ये परछावां ने, ते तुसी परछावें नूं ना पकड़ो, परछावें दा सिर ना फड़ो, अपना सिर पकड़ लो ते तुर पाओ गुरु वल, गुरु सूरज वल तुरो। ते ये जितने सुख ने तुहाडे पिछे पिछे आउणगे। पर जे किते तुसी गुरु वल पिठ कर लई, जिस तरह सूरज वल पिठ करो ना ते परछावां तुहाडे अगे हो जाता है। फिर जितना फड़न दा जतन करो तुहाडे हथ नहीं आउंदा। बिल्कुल इउं ये जितने सुखां दे साधन ने अज साडे लई दुखां दा कारण बन गए ने। अज मखमल दे गद्दे ते हन पर निंदर नहीं है। अज 36 पदार्थ ते सामने पए ने, खरीद सकदे हां, पर डॉक्टर ने मना कर दिता कि तू खा नहीं सकदा। हुण क्यों होया ए? क्योंकि गुरु वल पिठ कर लई, बेमुख होए राम ते लगन जन्म विजोग, खिन में कौड़े होए गए जितड़े माया भोग। ते साहब कह रहे ने कि माया नूं नहीं पकड़ना, माया दे पति परमात्मा वाहिगुरू नूं पकड़ लेना है जी। डीहर न्याई मोहे फाके ओरे, डीहर न्याई, डीहर मच्छी वांग, न्याई वांग भी मच्छी वांग। जिस तरह मच्छी नूं ना शिकारी कंडे दे विच कुछ ऐसा ओदे खाण दा ओ मसाला ला के अंदर सुटदा है,
ਤੇ ਉਹ ਮੱਛੀ ਉਸ ਮੋਹ ਦੇ ਵਿੱਚ ਉਹ ਕੰਡੇ ਦੀ ਵੀ ਪਰਵਾਹ ਨਹੀਂ ਕਰਦੀ ਤੇ ਜਦ ਖਾਣ ਜਾਂਦੀ ਹੈ ਤੇ ਫਸ ਜਾਂਦੀ ਹੈ। ਕਹਿੰਦੇ ਇਹ ਬੰਦੇ ਤੇਰੀ ਵੀ ਹਾਲਤ ਇਹ ਹੀ ਹੈ ਕਿ ਮੋਹ ਰੂਪੀ ਜੋ ਉਹ ਲਾਲਚ ਹੈ ਨਾ, ਉਹਨੇ ਤੈਨੂੰ ਮੱਛੀ ਵਾਂਗ ਫਸਾ ਲਿਆ ਹੈ। ਇਹ ਜਿਤਨੇ ਪਦਾਰਥ ਨੇ ਇਹਨਾਂ ਨੇ ਮੱਛੀ ਵਾਂਗ ਤੈਨੂੰ ਫਸਾ ਲਿਆ ਏ ਤੇ ਤੂੰ ਇਹਦੇ ਵਿੱਚੋਂ ਨਿਕਲ ਨਹੀਂ ਪਾ ਰਿਹਾ ਹੈ। ਮੱਛੀ ਦੀ ਹਾਲਤ ਕੀ ਹੋ ਜਾਂਦੀ ਹੈ ਜਦ ਉਹ ਤੜਪਦੀ ਹੈ ਪਾਣੀ ਤੋਂ ਬਿਨਾਂ ਨਾ, ਇਉਂ ਅਸੀਂ ਬਾਣੀ ਤੋਂ ਬਿਨਾਂ ਤੜਪਦੇ ਹਾਂ। ਜਦ ਮਾਇਆ ਦੇ ਕੰਢੇ 'ਚ ਫਸ ਜਾਂਦੇ ਆ ਨਾ, ਉਹ ਕੰਢਾ ਸਾਨੂੰ ਫਸਾ ਲੈਂਦਾ ਮਾਇਆ ਦਾ, ਫਿਰ ਹਰ ਵੇਲੇ ਸਾਕਤ ਹਰ ਰਸ ਸਾਧ ਨਾ ਜਾਣਿਆ, ਜੋ ਅੰਤਰ ਹਉਮੈ ਕੰਡਾ ਹੈ, ਜਿਉ ਜਿਉ ਚਲਹਿ ਚੁਭੈ ਦੁਖ ਪਾਵੈ, ਜਮਕਾਲ ਸਹਿ ਸਿਰ ਡੰਡਾ ਹੈ। ਕਹਿੰਦੇ ਸਾਕਤ ਬੰਦੇ ਦੇ ਅੰਦਰ ਇੱਕ ਕੰਡਾ ਹੁੰਦਾ ਹਉਮੈ ਰੂਪੀ। ਜਿਸ ਤਰ੍ਹਾਂ ਮੱਛੀ ਨੂੰ ਫਸਾ ਲਿਆ ਨਾ, ਇਹ ਸਾਕਤ ਨੂੰ ਹਉਮੈ ਰੂਪੀ ਕੰਡੇ ਨੇ ਫਸਾ ਲਿਆ ਏ। ਨਿਮਰਤਾ ਨਾਲ ਬੇਨਤੀ ਕਰਾਂ, ਐਜ ਏ ਹੈਡ ਗ੍ਰੰਥੀ ਗੁਰਦੁਆਰਾ ਸੀਸਗੰਜ ਸਾਹਿਬ 8-9 ਸਾਲਾਂ ਤੋਂ ਦਾਸ ਵੇਖ ਰਿਹਾ ਹੈ ਵੀ ਪਾਰਕਿੰਗ ਵੀ ਹੈ ਅੰਦਰ, ਗੱਡੀਆਂ ਅੰਦਰ ਖੜੀ ਕੀਤੀ ਜਾ ਸਕਦੀਆਂ ਨੇ, ਪਰ ਐਤਵਾਰ ਸ਼ਨੀਵਾਰ ਨੂੰ ਸੰਗਰਾਂਦ ਨੂੰ ਬਹੁਤ ਸੰਗਤ ਹੁੰਦੀ ਹੈ ਤੇ ਆਮ ਦਿਨਾਂ ਵਿੱਚ ਵੀ ਕੁਝ ਬੰਦੇ ਕੀ ਕਰਨਗੇ, ਆਪਣੀ ਮਰਜ਼ੀ ਨਾਲ ਬਾਹਰ ਜਿੱਥੇ ਮਰਜ਼ੀ ਗੱਡੀ ਖੜੀ ਕਰ ਦੇਣੀ। ਹੁਣ ਕਿਸੇ ਤੋਂ ਸੰਗਤ ਆ ਰਹੀ ਹੈ, ਗੱਡੀ ਮੁੜਦੀ ਨਹੀਂ ਹੈ। ਐਗਜ਼ਾਮਪਲ ਦੇ ਤੌਰ ਤੇ ਉਦਾਹਰਣ ਦੇ ਰਿਹਾ, ਹੁਣ ਉਸ ਬੰਦੇ ਨੂੰ ਲੱਖ ਵਾਰੀ ਸਮਝਾਇਆ ਜਾਵੇ, ਸੇਵਾਦਾਰ ਕਹਿਣ, ਪਰ ਉਹਦੇ ਅੰਦਰ ਹਉਮੈ ਹੈ। ਤੂੰ ਕੌਣ ਹੁੰਦਾ ਮੈਨੂੰ ਰੋਕਣ ਵਾਲਾ? ਹੁਣ ਗੱਡੀ ਖੜੀ ਕਰ ਦਿੱਤੀ, ਉਹ ਇੱਕ ਕੰਡਾ ਬੀਜ ਦਿੱਤਾ। ਉਹ ਕੰਡਾ ਕੀ ਬੀਜਿਆ? ਉਹਨੂੰ ਆਪਣੇ ਆਪ ਨੂੰ ਤਾਂ ਦੁੱਖ ਦੇ ਰਿਹਾ ਹੈ, ਪਰ ਜਿਹੜਾ ਵੀ ਆ ਰਿਹਾ ਉਹਨੂੰ ਵੀ ਚੁੱਭ ਰਿਹਾ ਹੈ, ਕਿਉਂਕਿ ਮੁਸ਼ਕਲ ਖੜੀ ਕਰ ਰਿਹਾ ਹੈ। ਸਾਕਤ ਬੰਦਾ ਇਤਨਾ ਅਹੰਕਾਰੀ ਹੋ ਜਾਂਦਾ ਹੈ ਕਿ ਉਹ ਜਦ ਤੁਰਦਾ ਹੈ ਤੇ ਸਾਹਮਣੇ ਕੋਈ ਗੁਰੂ ਕਾ ਸਿੱਖ ਆ ਰਿਹਾ ਹੈ, ਚਾਹੀਦਾ ਹੈ ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਕੀ ਫਤਿਹ ਬੁਲਾਵੈ, ਪਰ ਉਹ ਕਹਿੰਦਾ ਮੈਂ ਕਿਉਂ ਫਤਿਹ ਬੁਲਾਵਾਂ, ਉਹ ਸਾਹਮਣੇ ਵਾਲਾ ਬੁਲਾਵੇ। ਹੁਣ ਸਾਹਮਣੇ ਵਾਲਾ ਵੀ ਇਹੀ ਕੁਝ ਲੈ ਕੇ ਆ ਰਿਹਾ ਸੀ। ਗੁਰਦੁਆਰੇ ਜਦ ਵੀ ਆਉਣਾ ਹੈ, ਦਰਬਾਰ ਸਾਹਿਬ ਤੁਸੀਂ ਦੇਖਦੇ ਹੋ, ਜਦ ਵੀ ਐਂਟਰ ਹੁੰਦੇ ਹੋ, ਵਿਦਵਾਨ ਅਕਸਰ ਜ਼ਿਕਰ ਕਰਕੇ ਜਾਂਦੇ ਨੇ, ਉਤਰ ਕੇ ਜਾਂਦੇ ਆ। ਹਰ ਇੱਕ ਪਾਸੇ ਦੀ ਪੌੜੀਆਂ ਤੋਂ ਤੁਸੀਂ ਦੇਖੋ ਉਤਰ ਕੇ ਜਾਵਾਂਗੇ ਥੱਲੇ। ਇਹ ਨਿਸ਼ਾਨੀ ਇਸ ਗੱਲ ਦੀ ਕਿ ਗੁਰੂ ਵੱਲ ਆਵੀਂ ਨਾ, ਨੀਵਾਂ ਹੋ ਕੇ ਆਵੀਂ, ਅੰਦਰੋਂ ਵੀ ਉਤਰ ਕੇ ਆਵੀਂ, ਹਉਮੈ ਰੂਪੀ ਜੁੱਤੀ ਬਾਹਰ ਛੱਡ ਕੇ ਆਵੀਂ। ਬੇਨਤੀ ਕਰਦੇ ਹੁੰਦੇ ਸਨ ਕਿ ਧਰਮ ਕੀ ਹੈ? ਸਿਰ ਦੀ ਦਸਤਾਰ, ਤੇ ਹਉਮੈ ਕੀ ਹੈ? ਪੈਰ ਦੀ ਜੁੱਤੀ। ਕਿਸੇ ਦੀ ਦਸਤਾਰ ਪੱਗ ਲਹਿ ਜਾਵੇ ਨਾ, ਦੁਨੀਆ ਰੁਕ ਕੇ ਵੇਖਦੀ ਹੈ। ਜਗ੍ਹਾ ਜਗ੍ਹਾ ਚਰਚੇ ਹੁੰਦੇ ਨੇ ਕਿ ਫਲਾਣੇ ਦੀ ਪੱਗ ਲੈ ਗਈ, ਪਰ ਜੁੱਤੀ ਲੈ ਜਾਵੇ, ਕਦੀ ਕਿਸੇ ਨੇ ਕਿਹਾ ਕਿ ਫਲਾਣੇ ਦੀ ਜੁੱਤੀ ਲੈ ਗਈ? ਜੁੱਤੀ ਤੇ ਆਪ ਉਤਾਰ ਕੇ ਆਉਂਦੇ ਆ ਬਾਹਰ, ਆਪਾਂ ਜੋੜਾ ਘਰ ਜਮਾ ਕਰਾ ਕੇ ਆਉਂਦੇ ਆ। ਕਹਿੰਦੇ ਗੁਰੂ ਕੇ ਸਿੱਖਾ ਯਾਦ ਰੱਖ, ਗੁਰਦੁਆਰੇ ਦੇ ਵਿੱਚ ਗੁਰੂ ਕੋਲ ਆਉਣਾ ਹੈ ਤੇ ਹਉਮੈ ਰੂਪੀ ਜੁੱਤੀ ਬਾਹਰ ਛੱਡ ਕੇ ਆਉਣੀ ਹੈ, ਤੇ ਧਰਮ ਰੂਪੀ ਦਸਤਾਰ ਨੂੰ ਅਪਣਾ ਕੇ ਆਉਣਾ ਹੈ। ਭਾਵ ਕਿ ਧਰਮੀ ਬਣ ਕੇ ਆਉਣਾ ਹੈ, ਨਿਮਰਤਾ ਵਿੱਚ ਆਉਣਾ ਹੈ। ਸਰਦਾਰ ਬਣਾਇਆ ਗੁਰੂ ਨੇ ਸਾਨੂੰ, ਜਿਨ ਕੀ ਜਾਤ ਬਰਨ ਕੁਲ ਮਾਹੀ, ਸਰਦਾਰੀ ਨਾ ਭਈ ਕਦਾਹੀ, ਤਿਨ ਹੀ ਕੋ ਸਰਦਾਰ ਬਣਾਵੋ, ਤਬੈ ਗੋਬਿੰਦ ਸਿੰਘ ਨਾਮ ਕਹਾਵੋ। ਸਰਦਾਰ ਬਣਾਇਆ, ਪਰ ਦੂਜੇ ਪਾਸੇ ਸਿੱਖ ਵੀ ਆਖਿਆ। ਸਿੱਖ ਕਹਿ ਦਿੱਤਾ ਏ ਕਿ ਗੁਰੂ ਕੋਲ ਆਵੇਂ ਤੇ ਸਿੱਖਣ ਦੀ ਚਾਹ ਲੈ ਕੇ ਆਵੀਂ। ਸਿੱਖ ਨਾਮ ਦੇ ਕੇ ਸਾਡੀ ਹਉਮੈ ਨੂੰ ਮਸਲ ਕੇ ਰੱਖ ਦਿੱਤਾ ਏ। ਜੋ ਹਾਲੇ ਸਿੱਖ ਰਿਹਾ ਹੈ ਉਹਨੂੰ ਕਾਹਦਾ ਮਾਣ ਹੈ? ਤੇ ਸਾਹਿਬ ਕਹਿੰਦੇ ਕਿ ਇਸ ਸਰੀਰ ਦੇ ਮੋਹ ਨੇ, ਇਹ ਕੰਡੇ ਨੇ ਫਸਾ ਲਿਆ। ਹੁਣ ਇਹ ਸਰੀਰ ਕੀ ਹੈ? ਥੋੜਾ ਜਿਹਾ ਸਮਝ ਲੈਣਾ ਇਸ ਗੱਲ ਨੂੰ, ਕਿਉਂਕਿ ਤਨ ਦੀ ਦੇਹ ਦੀ ਗੱਲ ਹੈ ਤੇ ਗਰਭ ਅਹੰਕਾਰ ਦੀ ਗੱਲ ਹੈ। ਇਹ ਸਰੀਰ ਕੀ ਹੈ? ਦੋ ਪੱਖ ਹੁੰਦੇ ਨੇ ਨਾ। ਇਹ ਸਰੀਰ ਸਭ ਧਰਮ ਹੈ, ਜਿਸ ਅੰਦਰ ਸੱਚੇ ਕੀ ਵਿੱਚ ਜੋਤ, ਗੁਹਜ ਰਤਨ ਵਿੱਚ ਲੁਕ ਰਹੇ, ਕੋਈ ਗੁਰਮੁਖ ਸੇਵਕ ਕੱਢੈ ਖੋਤ। ਸਾਹਿਬ ਕਹਿੰਦੇ ਸਰੀਰ ਧਰਮ ਹੈ। ਹੈਂ, ਧਰਮ ਹੈ, ਤੇ ਜੇ ਧਰਮ ਹੈ ਤੈਨੂੰ ਪਾਪੀ ਕਿਉਂ ਕਿਹਾ? ਫਿਰ ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ ਪੰਜਵਾਂ ਪਾਇਆ ਘਰਤ, ਤਾਂ ਹੋਵਾ ਪਾਕ ਪਵਿੱਤ, ਪਾਪੀ ਸਿਉ ਤਨ ਗੱਡਿਆਂ, ਥੁੱਕਾਂ ਪਈਆਂ ਤਿੱਤ। ਕਹਿੰਦੇ ਸਰੀਰ ਪਾਪੀ ਹੈ,
क्यों पापी है? क्योंकि इतनी कीमती अमृत वर्गी वस्तुआं अंदर गईयां ते विष्टा बन गईयां, की हाल हो गया? कहंदे इस करके पापी है। इस शरीर नूं जजरी किया, इस शरीर नूं मिट्टी दी पुड़िया किया, इस शरीर नूं बहुत कुछ कह दिता दूजे पासे, ते एक पासे धर्म भी कह दिता। ते की सतगुरु अपनी गल नूं आप कट रहे ने? नहीं, साहब कहंदे सिक्के दे दो पहलू ने। एक पासे शरीर धर्मी है, क्योंकि इहदी जो बनतर है ना, मालक वाहिगुरु ने हर एक अंग नूं धर्मी बनाया, हर एक अंग नूं धर्मी बनाया। धर्मी कौन है? जो अपने मुंह की बुरकी भी दूजे दे मुंह च पाउण दी जुरत रखे। धर्मी कौन है? जो अपने लिए ही नहीं दूजियां लिए भी जीवे, जो आप कमा के किरती होवे पर दूजियां दा भला करे। दमड़ा उसी का जो खर्चे और खाए, देवे दिलावे रजावे खुदाए। कहंदे आप भी खर्चे ते गरीबां दी सेवा विच भी कोई लावे, वो है धर्मी। गुरु तेग बहादुर साहब सतगुरु जी ने हिंदू धर्म की रखिया खातर अपना सीस दे दिता, ते धर्मी अकवाए धर्म हेत साका जिन किया, सीस दिया पर सिर ना दिया। धर्मी की डेफिनेशन की है, व्याख्या की है? जो दूजियां लई जींदा है। साडे गुरु दूजियां लई जीवे, केवल अपने लिए नहीं जीवे। ते शरीर दे अंग की ने? ये पैर किते अपने लिए तुर रहे ने? नहीं, ये तो आराम ही करना चाहन, पर जद तक अखां वेखदियां ने, ये पैर तुरदे ने, अखां वेखदियां रहिंदियां ने। नहीं तो अखां ते सोना ही चाहन, अखां ते सोना ही चाहन, पर धर्मी ने कि किते ठेडा ना लग जावे पैरां नूं, ये पैरां लई वेखदियां ने। पैर किते अपने लिए तुरदे ने। वतन परोपकार नूं कर पार वसांदे, जे पैरां नाल तुरदे ना ते गुरुद्वारे तक किस तरह पुजदे, कम्मां कारां ते किस तरह जांदे? इसका मतलब पैर अपने लिए नहीं, पूरे शरीर लिए तुर रहे ने। हथ किते अपने लिए कर रहे ने, एक कुहाड़े चक चक के ये मेहनत करनी, कलमां नाल लिखना, बहुत कुछ करना। ये पैर किते, हथ किते अपने लिए कर रहे ने। बुरकी भी मूँह च चली जाती, हत्थां च की रह जाता है? पर हथ रात दिन मेहनत करते ने। क्यों करते ने? ताकि ये शरीर चले, परिवार नूं रोजी रोटी खवाइए। धर्मी ने। ये कन किते अपने लिए सुन रहे ने, ये जेवा लिए सुन रहे ने। गुरु अमरदास साहब जी ने कहा ना, ऐ श्रवणो मेरियो साचा सुनने नो पठाए, साचा सुनने नो पठाए, शरीर लाए सुनो सत बाणी, जित सुनी मन तन हरिया हुआ, रसना रस समाणी। रसना तक पुजे ने। कन जो सुनते ने, रसना ओही बोलती है। ये धर्मी ने कन, ते रसना कादे लई बोलती है? इस शरीर का संबंध जुड़े लोकां नाल, भाव कि शरीर दे सारे अंग जो ने वो धर्मी ने, वो एक दूजे लिए जी रहे ने। पर कद अधर्मी हो जाते ने, इस गल नूं भी समझ लेना कि मन बेईमान दे पिछे तुर के ये शरीरक इंद्रियां, शरीरक अंग जद बेईमान हो जाते ने, उदों फिर इन्हां नूं पापी कह दिता जाता है, उदों इन्हां नूं अधर्मी कह दिता जाता है। तुसीं वेखो, अखां दो ने पर दो हुंदियां होइयां भी एक ने। एक अख जो वेख रही, दूजी अपने आप वेख रही, कोई विरोध पैदा नहीं करती। एक कन जो सुन रहा, दूजा अपने आप सुन रहा, कोई विरोध नहीं। जे तुसीं कथा सुन रहे हो तो दूजा कन थोड़ा मैं कहता कि मैं गंदे गाने सुनांगा। जो एक कन सुन रहा, दूजा भी वही कर रहा। एक पैर तुरदा गुरुद्वारे वाल, दूजा थोड़ी खिंचदा कि मैं शराबखाने वाल जावांगा। जिधर एक तुरया, दूजा अपने आप तुर पिया। शरीर दे सारे अंग, एक नक जो सुगंध लै रही, दूजी अपने आप लै रही, कोई विरोध नहीं कि तू बदबो ते मैं सुगंध। जो बदबो लै रही तो दूजी भी बदबो ही लैंदी है। ये दो हुंदियां होइयां भी एक ने शरीर दे सारे अंग। अफसोस मन एक हुंदियां होइयां भी दो है। दुबदा विच है, हर वेले दुआलिटी, दुचित्तापन। हुण कुछ होर है, थोड़ी देर बाद कुछ होर हो जाता है। राती अलार्म लाया कि अमृत वेले जागांगा, नितनेम करांगा, गुरुद्वारे जावांगा। अलार्म वजिया भी, पर हुण आलस आ गया, हुण सौण दा मन कर रहा। ते साहब कह रहे ने कि मोह रूपी कंडे ने जद इस मन मच्छी उत्ते प्रभाव पाया, तेनों फसा लिया, इनू फसा लिया,
ਤੇ ਇਹਨੇ ਕੀ ਕੀਤਾ ਕਿ ਸਾਰੇ ਹੀ ਸਰੀਰਕ ਅੰਗਾਂ ਨੂੰ, ਇੰਦਰੀਆਂ ਨੂੰ ਆਪਣੇ ਪਾਸੇ ਲਾ ਲਿਆ ਤੇ ਲੋਭ ਦੇ ਅੰਦਰ ਫਸ ਕੇ, ਮੋਹ ਦੇ ਅਧੀਨ ਹੋ ਕੇ ਤੇ ਹਮੇਸ਼ਾ ਪਦਾਰਥ ਇਕੱਠੇ ਕਰ ਕਰਕੇ ਤੇ ਗਰਭ ਕਰਦਾ ਚਲਾ ਗਿਆ, ਅਭਿਮਾਨੀ ਹੁੰਦਾ ਚਲਾ ਗਿਆ ਜੀ। ਰਹਾਉ ਘਣੋ 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 ਸਦ ਲੋੜਾ, ਬਿਨ ਲਹਿਣੇ ਕਾਠਾ ਪਾਇਓ ਰੇ। ਘਣੋ 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 3 ਵਾਰੀ ਕਿਹਾ ਹੈ। ਸਦ ਲੋੜ ਹੈ। ਦੇਖੋ ਇੱਕ ਗੱਲ ਹੁੰਦੀ ਆ ਨਾ, ਬੰਦਾ ਇੱਕ ਵਾਰੀ ਕਹਿ ਦਵੇ ਕਿ ਇਤਨਾ ਦੇ ਦੇ, ਨਹੀਂ ਫੇਰ ਕਵੇ ਹੋਰ ਦੇ ਹੋਰ ਦੇ ਹੋਰ ਦੇ। ਘਣੋ ਘਣੋ, ਘਣੋ ਦਾ ਅਰਥ ਹੈ ਜ਼ਿਆਦਾ, ਹੋਰ ਜ਼ਿਆਦਾ ਹੋਰ ਜ਼ਿਆਦਾ ਹੋਰ ਜ਼ਿਆਦਾ। ਸੈਸ ਖੱਟੇ ਲੱਕੌਟ ਧਾਵੈ, ਤ੍ਰਿਪਤ ਨਾ ਆਵੈ, ਮਾਇਆ ਪਾਛੈ ਪਾਵੈ। ਅਨਕ ਭੋਗ ਵਿਖਿਆ ਕੇ ਕਰੈ, ਨਹਿ ਤ੍ਰਿਤਾਵੈ ਖਪ ਖਪ ਮਰੈ। ਕਹਿੰਦੇ ਇਹ ਤੇ 1000 ਮਿਲੇ ਤੇ ਲੱਖ ਮੰਗਦਾ, ਲੱਖ ਤੇ ਕਰੋੜ। ਪੰਡਤ ਗੁਲਾਬ ਸਿੰਘ ਜੀ ਨੇ ਇੱਕ ਗੱਲ ਕਹੀ, ਭਗਤ ਸੁੰਦਰ ਜੀ ਨੇ, ਕਹਿੰਦੇ ਬੰਦੇ ਦੀ ਤ੍ਰਿਸ਼ਨਾ ਕੀ ਹੈ? ਜੋ ਘਣੋ 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 ਸਦ ਲੋੜੇ, ਹਮੇਸ਼ਾ ਹੀ ਜ਼ਿਆਦਾ ਜ਼ਿਆਦਾ ਜ਼ਿਆਦਾ, ਮੈਨੂੰ ਜ਼ਿਆਦਾ ਮਿਲੇ ਮੈਨੂੰ ਜ਼ਿਆਦਾ ਮਿਲੇ। ਤੇ ਕਿਸ ਤਰ੍ਹਾਂ ਇਹ ਤ੍ਰਿਸ਼ਨਾ ਮੰਗਦੀ ਹੈ? 2 ਸਸ 20 50 ਭਏ ਸਤ ਹੋਏ 1000 ਤਾਂ ਲੱਖ ਮੰਗੇਗੀ। ਬੰਦੇ ਦੀ ਤ੍ਰਿਸ਼ਨਾ 10 ਤੋਂ 20, 20 ਤੋਂ 50, 100, 1000 ਤੇ ਲੱਖ, ਇੱਥੇ ਤ੍ਰਿਪਤ ਹੋ ਜਾਵੇਗੀ? ਨਹੀਂ, ਕਹਿੰਦੇ ਕੋਟ ਅਰਬ ਖਰਬ ਅਸੰਖ, ਪ੍ਰਥਵੀ ਪਤ ਹੋਣ ਕੀ ਚਾਹ ਜਗੇਗੀ। ਕਰੋੜਾਂ ਅਰਬਾਂ ਖਰਬਾਂ ਅਸੰਖ, ਗਿਣਤੀ ਤੋਂ ਬਾਹਰ ਮਾਇਆ ਚਾਹੀਦੀ ਹੈ। ਤੇ ਇਤਨੀ ਵੀ ਜੇ ਹੋ ਜਾਵੇ ਫਿਰ ਕੀ ਤ੍ਰਿਪਤ ਹੋ ਜਾਵੇਗਾ? ਵੀ ਪ੍ਰਥਵੀ ਪਤ ਹੋਣ ਕੀ ਚਾਹ ਜਗੇਗੀ। ਨਹੀਂ, ਪੂਰੀ ਦੁਨੀਆ ਦਾ ਰਾਜਾ ਵੀ ਮੈਂ ਹੋਵਾਂ। ਚਲੋ ਪੂਰੀ ਦੁਨੀਆ ਦਾ ਰਾਜਾ ਬਣ ਗਿਆ, ਹੁਣ ਤ੍ਰਿਪਤ ਹੋ ਜਾਵੇਗਾ, ਸਾਰੀ ਦੁਨੀਆ ਦਾ ਮਾਲਕ ਬਣ ਗਿਆ, ਤ੍ਰਿਪਤ ਹੋ ਜਾਵੇਗਾ। ਕਹਿੰਦੇ ਨਹੀਂ, ਹਾਲੇ ਕਿੱਥੇ। ਸਵਰਗ ਪਤਾਲ ਕੋ ਰਾਜ ਕਰੈ, ਤ੍ਰਿਸ਼ਨਾ ਅਤ ਕੀ ਅਤ ਆਗ ਲੱਗੇਗੀ। ਸਵਰਗ ਪਤਾਲ ਦਾ ਵੀ ਮੈਂ ਰਾਜਾ ਹੋਵਾਂ, ਫੇਰ ਵੀ ਇਹ ਅੱਗ ਹੋਰ ਬਲੇਗੀ ਤੇ ਬੁਝੇਗੀ ਕਿਸ ਤਰ੍ਹਾਂ? ਸੁੰਦਰ ਏਕ ਸੰਤੋਖ ਬਿਨਾ 60, 60 ਦਾ ਅਰਥ ਮੂਰਖ। ਗਹਿਲਾ ਝੱਲਾ, ਗਰਭ ਗਹਿਲੜੋ ਮੂੜੋ ਹਿਓ। ਕੌਣ ਹੈ ਝੱਲਾ? 60 ਮੂਰਖ। ਕਹਿੰਦੇ ਸੁੰਦਰ ਏਕ ਸੰਤੋਖ ਬਿਨਾ 60, तेरी भूख तो कभी ना भगेगी। ये तेरी भुख नहीं मिट सकती। ये तृष्णा अग है, जितना बालन पाई जाओ उतना होर भखेगी होर भखेगी, ये नहीं बुझदी है जी। महराज रोगाथ वाहु स्यो लुबड़ियो, नेह भागड़ू पाहे संजोयो रे। आह साहब जो कहते सन ना, घणो 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 सद ही लोड़, बिन लहणे कैठे पायो रे। जे तू पिछले जन्म दे विच कुछ चंगा कीता ही नहीं है, तू कुछ बीजिया ही नहीं, खेत शरीर जो बीजिया स्वंत खलोया आए ते तैनू मिलदा किस तरह? तू दूजियां दा खोना चाहुंदा है, तू आप ते कुछ कीता नहीं, तेरा मन भी एक नहीं होया। जिस तरह शरीर के सारे अंग 2 ਹੁੰਦਿਆਂ ਹੋਇਆਂ ਇੱਕ ਨੇ, जिस दिन मन एक हो गया ना, उदों सारे लोभ लालच मिट जाणगे। बिन तुद होर जे मंगना, सिर दुखां कै दुख, देह नाम संतोखिया उतरै मन की भुख। उदों फिर बंदा तृप्त हो जावेगा, संतोखी हो जावेगा। संतोखी बंदा केड़ा है? जिन्हों जिन्ना क मिल गया, मेहनत करेगा डट के, किरत करेगा, उस तो बाद जो कुछ मिल गया ਉਹਦੇ ਚ प्रसन्न हो जाता है। पर साहब अगली पंक्तियां च कह रहे ने, महराज रो गाथ वाहू स्यों लुबड़ियो। गाथ क्या? शरीर नूं। परमात्मा वाहिगुरु जी ने ये शरीर दिता, ते जे शरीर उसने दिता ते ओनू चेते करदा, पर ये ते लुबड़ियो। लोभ दे ਚੱਕੜ ਦੇ ਵਿੱਚ ਇਉਂ ਫਸ ਗਿਆ ਕਿ ਹੁਣ ਨਿਕਲਣ ਜੋਗਾ ਹੀ ਨਹੀਂ ਆ। ਤੇ ਸਾਹਿਬ ਕਹਿ ਰਹੇ ਨੇ ਕਿ ਨਿਹ ਭਾਗੜੋ
ਭਾਏ ਸੰਜੋਇਓ ਰੇ। ਇਹ ਨਿਭਾਗਾ, ਇਹ ਅਭਿਮਾਨੀ ਹੋ ਕੇ ਇਹਨੂੰ ਸਮਝ ਹੀ ਨਹੀਂ ਹੈ ਕਿ ਪ੍ਰਮਾਤਮਾ ਵਾਹਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣਾ। ਨਾਲ ਨਾਲ ਨਾ ਇਹ ਗਰਭ ਚੱਲ ਰਿਹਾ, ਗਰਭ ਦੀ ਗੱਲ, ਅਭਿਮਾਨ ਦੀ ਗੱਲ। ਜਦ ਵੀ ਗੁਰਦੁਆਰੇ ਆਈਏ, ਆਪਾਂ ਗੱਲ ਕਰ ਰਹੇ ਸੀ ਨੀਵੇਂ ਹੋ ਕੇ ਆਈਏ, ਤੇ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਚੇਤੇ ਆਏ, ਆਵਤ ਹੈ ਜਾ ਕੇ ਭੀਖ ਮੰਗਨ ਭਿਖਾਰੀ, ਦੀਨ ਦੇਖਤ ਅਧੀਨੇ ਨਿਰਾਸੋ ਨਾ ਬਿਡਾਰ ਹੈ। ਸਾਹਿਬ ਕਹਿੰਦੇ ਕਿ ਗੁਰੂ ਕੇ ਸਿੱਖਾ ਭਿਖਾਰੀ ਨੂੰ ਵੇਖਿਆ, ਉਹ ਭਿਖਾਰੀ ਦਾ ਸੁਭਾਅ ਬੜਾ ਢੀਠ ਹੁੰਦਾ ਹੈ। ਕਈ ਵਾਰੀ ਪਿੰਡਾਂ ਦੇ ਵਿੱਚ ਵੀ ਘਰ ਦੇ ਸਾਹਮਣੇ ਭਿਖਾਰੀ ਆ ਜਾਵੇ ਨਾ, ਤੇ ਤੁਸੀਂ ਉਹਨੂੰ ਦੁੜਾਓ, ਜਾਂ ਤੈਨੂੰ ਕੁਝ ਨਹੀਂ ਮਿਲਣਾ, ਪਰ ਉਹ ਢੀਠ ਹੋ ਕੇ ਖੜਾ ਰਹਿੰਦਾ ਹੈ। ਤੇ ਉਹਨੂੰ ਜੇ 2 ਟਕੇ ਪੈਸੇ ਨਾ ਵੀ ਦਿਓ ਤੇ ਆਟੇ ਦੀ ਇੱਕ ਕੌਲੀ ਭਰ ਕੇ ਵੀ ਉਹਦੀ ਝੋਲੀ ਪਾਉਣੀ ਪੈਂਦੀ ਹੈ, ਕਿਉਂਕਿ ਹਟਦਾ ਹੀ ਨਹੀਂ ਹੈ, ਉਹ ਕੁਝ ਨਾ ਕੁਝ ਲੈ ਕੇ ਹੀ ਮੁੜਦਾ ਹੈ। ਦੂਜਾ ਉਦਾਹਰਣ ਦਿੱਤਾ, ਬੈਠਤ ਹੈ ਜਾ ਕੇ ਦਵਾਰ ਆਸਾ ਕੇ ਬਿਡਾਰ ਸਵਾਨ, ਅੰਤ ਕਰਨਾ ਕਾ ਤੋਰ ਟੂਕ ਤਾਂ ਹੀ ਡਾਰ ਹੈ। ਕਹਿੰਦੇ ਗੁਰੂ ਕੇ ਸਿੱਖਾ ਕੂਕਰ ਵੇਖਿਆ ਕੁੱਤਾ, ਉਹ ਦੂਜੇ ਘਰਾਂ ਦੀ ਆਸ ਛੱਡ ਕੇ ਨਾ ਇੱਕ ਘਰ ਦੇ ਸਾਹਮਣੇ ਬੈਠ ਗਿਆ। ਉਹਨੂੰ ਸੋਟਾ ਡੰਡਾ ਵੀ ਮਾਰਿਆ ਜਾਂਦਾ ਹੈ, ਉਹਨੂੰ ਦੁੜਾਇਆ ਵੀ ਜਾਂਦਾ, ਤੂੰ ਚਲਾ ਜਾ, ਪਰ ਉਹ ਹਟਦਾ ਹੀ ਨਹੀਂ। ਤੇ ਅੰਤ ਬੰਦੇ ਦੀ ਅੰਦਰ ਕਰੁਣਾ ਆ ਜਾਂਦੀ ਹੈ, ਜੋ ਆਪਣੇ ਜੋਗੇ 2 ਪ੍ਰਸ਼ਾਦੇ ਨੇ ਨਾ, ਉਹਨਾਂ ਵਿੱਚੋਂ ਤੋੜ ਕੇ ਇੱਕ ਟੋਟਾ ਉਹਨੂੰ ਪਾ ਹੀ ਦਿੰਦਾ ਹੈ। ਪਾਨ ਕੀ ਪਨ ਹੀ ਰਹਿਤ ਪਰ ਹਰੀ ਪਰੀ, ਤਾਹੂ ਕਾਹੂ ਕਾਜ ਕੋਠ ਚਲਤ ਸਮਾਰ ਹੈ। ਕਹਿੰਦੇ ਇੱਕ ਗੱਲ ਚੇਤੇ ਰੱਖ ਕਿ ਪੈਰ ਦੀ ਜੁੱਤੀ ਹੈ, ਹਮੇਸ਼ਾ ਘਰ ਦੇ ਬਾਹਰ ਕੱਢ ਕੇ ਬੰਦਾ ਅੰਦਰ ਆਉਂਦਾ ਹੈ। ਪਹਿਲਾਂ ਦਰਵਾਜ਼ੇ ਤੋਂ ਅੰਦਰ ਜੁੱਤੀ ਨਹੀਂ ਸੀ ਆਉਂਦੀ। ਅੱਜ ਕੱਲ ਤੇ ਲੋਕ ਨਾ ਕਿਚਨ ਵਿੱਚ ਵੀ ਹਰ ਜਗ੍ਹਾ ਜੁੱਤੀਆਂ ਪਾਈ ਫਿਰਦੇ ਨੇ, ਪਰ ਪਹਿਲਾਂ ਲੋਕ ਇਉਂ ਨਹੀਂ ਸੀ ਕਰਦੇ। ਤੇ ਕਹਿੰਦੇ ਉਹ ਜਿਹੜਾ ਜੋੜਾ ਹੈ ਨਾ, ਉਹ ਬਾਹਰ ਪਿਆ ਆਪਣੇ ਮਾਲਕ ਦੇ ਇੰਤਜ਼ਾਰ ਵਿੱਚ ਰਹਿੰਦਾ ਹੈ, ਕਦੀ ਤੇ ਆਵੇਗਾ। ਤੇ ਉਹ ਆਉਂਦਾ ਹੈ ਤੇ ਉਹਦੇ ਚਰਨ ਪੈ ਜਾਂਦੇ ਨੇ, ਉਹਨੂੰ ਭਾਗ ਲੱਗ ਜਾਂਦੇ ਨੇ ਜੋੜੇ ਨੂੰ। ਕਹਿੰਦੇ ਬਿਲਕੁਲ ਇਉਂ ਛਾੜ ਅਹੰਕਾਰ ਛਾਰ ਹੋਏ ਗੁਰੂ ਮਾਰਗ ਮੈਂ, ਕਬਹੂ ਕੇ ਦਇਆ ਕੇ ਦਇਆਲ ਭਗਤਾਰ ਹੈ। ਕਦੀ ਤੇ ਉਹਨੂੰ ਕਿਰਪਾ ਆਵੇਗੀ, ਕਦੀ ਤੇ ਉਹਨੂੰ ਦਇਆ ਆਵੇਗੀ, ਤੇਰੀ ਝੋਲੀ 'ਚ ਕਿਰਪਾ ਰੂਪੀ ਟੁਕੜਾ ਪੈ ਜਾਵੇਗਾ। ਤੂੰ ਇਉਂ ਨਿਮਰਤਾ ਨਾਲ ਗੁਰੂ ਦਰਬਾਰ ਵਿੱਚ ਆਇਆ ਕਰ। ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾ, ਅਨੰਦਪੁਰ ਸਾਹਿਬ ਦੀ ਘਟਨਾ ਹੈ, ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਲੰਗਰ ਦਾ ਥਾਲ ਤਿਆਰ ਕਰਦੇ ਸਨ, ਤੇ ਸਤਿਗੁਰੂ ਨੂੰ ਰੋਜ਼ ਆਪ ਲਿਜਾ ਕੇ ਛਕਾਉਂਦੇ ਹੁੰਦੇ ਸਨ, ਲੰਗਰ ਛਕਾਉਂਦੇ ਸਨ। ਤੇ ਅੱਜ ਵੀ ਥਾਲ ਲੈ ਕੇ ਆਏ ਨੇ, ਸਤਿਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਾਹਮਣੇ ਰੱਖਿਆ, ਤੇ ਆਪ ਪੱਖੇ ਦੀ ਸੇਵਾ ਕਰਨ ਲੱਗਾ। ਸਤਿਗੁਰੂ ਲੰਗਰ ਛਕੋ। ਸਤਿਗੁਰੂ ਨੇ ਸ਼ੁਕਰਾਨਾ ਕੀਤਾ ਮਾਲਕ ਵਾਹਿਗੁਰੂ ਜੀ ਦਾ, ਤੇ ਇੱਕ ਬੁਰਕੀ ਤੋੜੀ, ਤੇ ਜਦ ਮੂੰਹ 'ਚ ਪਾਉਣ ਲੱਗੇ ਤੇ ਅਚਾਨਕ ਮੇਰੇ ਸਾਹਿਬ ਕੀ ਤੱਕਦੇ ਨੇ ਕਿ ਸਾਹਮਣੇ ਇੱਕ ਕੂਕਰ ਬੈਠਾ ਹੈ, ਇੱਕ ਕੁੱਤਾ ਬੈਠਾ ਹੈ। ਉਹਦੀ ਨਜ਼ਰ ਸਾਹਿਬ ਦੇ ਪ੍ਰਸ਼ਾਦੇ ਵਿੱਚ ਹੈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਵੇਖਿਆ ਤੇ ਦਇਆ ਦੇ ਘਰ ਬੁਰਕੀ ਥੱਲੇ ਰੱਖ ਦਿੱਤੀ, ਇੱਕ ਟੁਕੜਾ ਤੋੜਿਆ ਪ੍ਰਸ਼ਾਦੇ ਦਾ ਤੇ ਉਸ ਕੂਕਰ ਨੂੰ ਪਾ ਦਿੱਤਾ। ਉਹਨੇ ਆਪਣੇ ਮੂੰਹ 'ਚ ਲਿਆ, ਤੇ ਜਿਸ ਤਰ੍ਹਾਂ ਸਿਰ ਝੁਕਾਉਂਦਾ ਸ਼ੁਕਰਾਨਾ ਕਰਦਿਆ ਉਹ ਤੁਰ ਗਿਆ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਇਹ ਘਟਨਾ ਵੇਖ ਰਹੇ ਨੇ। ਅਗਲਾ ਦਿਨ ਹੋਇਆ, ਲੰਗਰ ਦਾ ਥਾਲ ਤਿਆਰ ਕੀਤਾ, ਪਰ ਆਪ ਲੈ ਕੇ ਨਾ ਆਏ, ਸੇਵਾਦਾਰ ਦੇ ਹੱਥ ਭੇਜ ਦਿੱਤਾ। ਕਈ ਵਾਰੀ ਇਹ ਘਟਨਾ ਕਹਿੰਦੇ ਆ ਅੰਦਰ ਵੈਰਾਗ ਆ ਜਾਂਦਾ ਹੈ। ਸੇਵਾਦਾਰ ਦੇ ਹੱਥ ਭੇਜ ਦਿੱਤਾ, ਸੇਵਾਦਾਰ ਲੈ ਕੇ ਆਇਆ। ਜਦ ਥਾਲ ਸਾਹਮਣੇ ਰੱਖਿਆ, ਸਾਹਿਬ ਕਹਿਣ ਲੱਗੇ ਕਿ ਰੋਜ਼ ਤਾਂ ਭਾਈ ਸਾਹਿਬ ਲੈ ਕੇ ਆਉਂਦੇ ਨੇ, ਅੱਜ ਕਿਉਂ? ਸੇਵਾਦਾਰ ਕਹਿਣ ਲੱਗਾ, ਸਤਿਗੁਰੂ ਥਾਲ ਤਾਂ ਉਹਨਾਂ ਨੇ ਤਿਆਰ ਕੀਤਾ ਹੈ, ਪਰ ਕਿਤੇ ਰੁੱਝ ਗਏ ਹੋਣਗੇ, ਮੈਨੂੰ ਹੁਕਮ ਹੋਇਆ ਤੇ ਮੈਂ ਲੈ ਆਇਆ ਹਾਂ। ਸਤਿਗੁਰੂ ਨੇ ਮਾਲਕ ਵਾਹਿਗੁਰੂ ਜੀ ਦਾ ਸ਼ੁਕਰਾਨਾ ਕੀਤਾ ਤੇ ਬੁਰਕੀ ਤੋੜੀ, ਤੇ ਜਦ ਲੱਗੇ ਮੂੰਹ 'ਚ ਪਾਉਣ, ਅਚਾਨਕ ਮੇਰੇ ਸਾਹਿਬ ਕੀ ਤੱਕਦੇ ਨੇ ਕਿ ਕੱਲ ਜਿੱਥੇ ਕੂਕਰ ਬੈਠਾ ਸੀ ਨਾ, ਉੱਥੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਬਿਲਕੁਲ ਇਉਂ ਬੈਠੇ ਨੇ। ਤੇ ਨਜ਼ਰ ਹੈ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਸ਼ਾਦੇ ਵੱਲ, ਸਾਹਿਬ ਵੱਲ। ਗੁਰੂ ਗੋਬਿੰਦ ਸਿੰਘ ਸਾਹਿਬ ਸਤਿਗੁਰੂ ਹੈਰਾਨ ਹੋਏ, ਤੇ ਥੱਲੇ ਬੁਰਕੀ ਰੱਖੀ, ਆਵਾਜ਼ ਮਾਰੀ, ਭਾਈ ਸਾਹਿਬ ਜੀ ਤੁਸੀਂ ਆਲਮ ਫਾਜ਼ਲ ਵਿਦਵਾਨ ਕਿੱਥੇ ਬੈਠੇ ਹੋ? ਤੁਸੀਂ ਸਾਡੇ ਨਾਲ ਬੈਠਦੇ ਹੋ, ਉੱਠ ਕੇ ਇੱਧਰ ਆਓ। ਹੱਥ ਜੁੜੇ ਨੇ, ਅੱਖਾਂ 'ਚ ਅਥਰੂ ਨੀਰ ਦੀ ਝੜੀ ਲੱਗੀ, ਉੱਠੇ ਨਹੀਂ। ਜਦ ਉੱਠੇ ਨਹੀਂ ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਆਪ ਉੱਠੇ ਤੇ ਤੁਰ ਕੇ ਗਏ ਨੇ,
ਤੇ ਬਾਹੋਂ ਪਕੜ ਕੇ ਜਦ ਉਠਾ ਲਿਆ ਨਾ ਤੇ ਭਾਈ ਸਾਹਿਬ ਜੀ ਦੀ ਭੱਬਾਂ ਨਿਕਲ ਗਈਆਂ ਤੇ ਰੋਂਦਿਆਂ ਕਹਿਣ ਲੱਗੇ, ਮੇਰੇ ਸਤਿਗੁਰੂ ਮੈਂ ਕੱਲ ਵੇਖਿਆ ਸੀ ਉਹ ਇੱਕ ਕੂਕਰ ਆਸ ਕਰਕੇ ਸਾਹਮਣੇ ਬੈਠਾ ਸੀ ਤੇ ਤੁਸੀਂ ਉਹ ਰੋਟੀ ਦਾ ਟੁਕੜਾ ਤੋੜ ਕੇ ਉਹਦੀ ਝੋਲੀ 'ਚ ਪਾ ਦਿੱਤਾ। ਨੰਦ ਲਾਲ ਵੀ ਤੇ ਤੁਹਾਡੇ ਦਰ ਦਾ ਕੂਕਰ ਹੈ। ਮੈਂ ਵੀ ਸੋਚਿਆ ਇੱਕ ਕਿਰਪਾ ਰੂਪੀ ਟੁਕੜਾ ਮੇਰੀ ਝੋਲੀ ਵੀ ਪੈ ਜਾਵੇਗਾ, ਪਰ ਮੈਂ ਇਹੋ ਜਿਹਾ ਭਾਗਾ ਕਿ ਮੇਰੀ ਝੋਲੀ ਉਹ ਕਿਰਪਾ ਰੂਪੀ ਟੁਕੜਾ ਨਾ ਪਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਘੁੱਟ ਛਾਤੀ ਨਾਲ ਲਾ ਕੇ ਕਿਹਾ, ਭਾਈ ਸਾਹਿਬ ਕੀ ਗੱਲ ਕਰਦੇ ਹੋ? ਨੰਦ ਲਾਲ ਤੋਂ ਹਮਰੋ ਦਾਤਾ, ਤੁਸੀਂ ਤੇ ਕਿਰਪਾ ਵੰਡਣ ਵਾਲੇ ਹੋ। ਗੁਰੂ ਨਾਨਕ ਦੇ ਦਰਬਾਰ ਦੀ ਬੇਅੰਤ ਕਿਰਪਾ ਤੁਹਾਡੇ ਹਿੱਸੇ ਆਈ ਹੈ। ਇਹਨੂੰ ਅਤਕਥ ਨਹੀਂ ਨਾ ਜਾਣਨਾ। ਭਾਈ ਸਾਹਿਬ ਜੀ ਦੀ ਪ੍ਰਮਾਣਿਤ ਬਾਣੀ ਜੋ ਦਰਬਾਰ ਸਾਹਿਬ ਹੀ ਪੜ੍ਹੀ ਜਾਂਦੀ ਹੈ, ਉਹਦੇ ਚ ਭਾਈ ਸਾਹਿਬ ਜੀ ਨੇ ਕਿਹਾ, ਲਾਲ ਸੱਗ ਗੁਲਾਮ ਗੁਰੂ ਗੋਬਿੰਦ ਸਿੰਘ, ਕਹਿੰਦੇ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਦਰ ਦਾ ਗੁਲਾਮ ਹਾਂ ਤੇ ਸੱਗ ਕੁੱਤਾ ਹਾਂ, ਕੂਕਰ ਹਾਂ। ਸਾਹਿਬ ਨੇ ਕਿਹਾ ਨਹੀਂ ਇਤੇ ਕੂਕਰ ਹਾਂ ਬੇਗਾਨਾ, ਭੌਂਕਾਂ ਇਸਤੰਤਾਈ। ਕਿਹਾ ਨਹੀਂ ਹਮ ਕੂਕਰ ਤੇਰੇ ਦਰਬਾਰ, ਭੌਂਕੇ ਆਗੇ ਬਦਨ ਪਸਾਰ। स्वामी को ग्रह ज्यों, स्वामी को ग्रह ज्यों स्वान तजत ने नित, नानक ए बिद हर भजाओ एक मन होए एक चित। सजना निमरता विच आई ते कृपा रूपी टुकड़ा तेरी झोली च भी पै जावेगा, पर जे किते केवल लोभ विच रह के ते निभागा बनिया रिहा। निभागा कौन हुंदा है? अभागा कौन हुंदा है? ਜਿਹਦੇ ਭਾਗਾਂ 'ਚ ਕੁਛ ਨਹੀਂ, ਜਿਹਦੇ ਬਾਰੇ ਕਿਹਾ ਜਾਂਦਾ ਹੈ ਬਈ ਸੋਨੇ ਨੂੰ ਹੱਥ ਪਾਏ ਕਿਉਂ ਸੇਤੀ ਰਲ ਗਿਆ। ਉਹ ਸੋਨੇ ਨੂੰ ਵੀ ਹੱਥ ਪਾਵੇ ਤੇ ਮਿੱਟੀ ਹੋ ਜਾਵੇ। ਤੇ ਭਾਗਾਂ ਵਾਲਾ ਕਿਹਨੂੰ ਕਿਹਾ ਜਾਂਦਾ? ਕਹਿੰਦੇ ਮਿੱਟੀ ਨੂੰ ਵੀ ਹੱਥ ਪਾਵੇ ਸੋਨਾ ਬਣ ਜਾਂਦਾ। ਕੌਣ ਹੈ ਵੱਡੇ ਭਾਗਾਂ ਵਾਲਾ? ਤੁਸੀਂ ਹੋ। ਵੱਡ ਭਾਗੀ ਹਰ ਸੰਗਤ ਪਾਵੈ, ਜੋ ਸਾਧ ਸੰਗਤ ਵਿੱਚ ਬੈਠਾ ਹੈ, ਜੋ ਆ ਕੇ ਦਰਬਾਰ ਸਾਹਿਬ ਦਰਸ਼ਨ ਦੀਦਾਰੇ ਕਰ ਰਿਹਾ ਹੈ, ਉਹ ਹੈ ਭਾਗਾਂ ਵਾਲਾ। ਜੋ ਗੁਰੂ ਦਰਬਾਰਾਂ ਦੇ ਵਿੱਚ ਸਤਸੰਗ ਮਾਣ ਰਿਹਾ ਹੈ, ਉਹ ਹੈ ਵੱਡੇ ਭਾਗਾਂ ਵਾਲਾ। ਵੱਡ ਭਾਗੀ ਹਰ ਸੰਗਤ ਪਾਵੈ, ਭਾਗਹੀਣ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਤੇ ਸਾਹਿਬ ਕਹਿੰਦੇ ਨੇ ਨਹਿ ਭਾਗੜੋ ਭਾਗ ਸੰਜੋਇਓ ਰੇ। ਕਹਿੰਦੇ ਅਭਾਗਾ ਵੀ ਭਾਗਾਂ ਵਾਲਾ ਬਣ ਜਾਂਦਾ ਹੈ ਜੇ ਪ੍ਰਭੂ ਦੀ ਕਿਰਪਾ ਦਾ ਪਾਤਰ ਬਣ ਜਾਵੇ, ਜੇ ਉਹਨੂੰ ਉਹ ਸਮਝ ਆ ਜਾਵੇ ਕਿ ਸਾਹਿਬ ਮੇਰਾ ਏਕੋ ਹੈ ਭਾਈ, ਏਕੋ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਉੱਪਰ ਤੇ ਕੋਈ ਹੈ ਹੀ ਨਹੀਂ। ਮੈਂ ਤੇ ਇੱਕ ਕਿਣਕਾ ਵੀ ਨਹੀਂ ਹਾਂ, ਮੈਂ ਤੇ ਕੁਝ ਵੀ ਨਹੀਂ ਹਾਂ। ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ, ਬੜੀ ਉਸਤਤ ਉਹਨਾਂ ਦੀ ਸੇਵਾ ਤੇ ਸਿਮਰਨ ਤੇ ਹਰ ਪਾਸੇ ਉਸਤਤ ਫੈਲ ਗਈ। ਮਹਾਰਾਜਾ ਰਣਜੀਤ ਸਿੰਘ ਤੱਕ ਵੀ ਗੱਲ ਪੁੱਜੀ ਤੇ ਕਹਿੰਦੇ ਜੀ ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਇੰਨੀ ਉੱਚੀ ਸ਼ਖਸੀਅਤ ਨੇ, ਬ੍ਰਹਮ ਗਿਆਨੀ ਨੇ। ਤੇ ਮਹਾਰਾਜਾ ਜੀ ਕਹਿੰਦੇ ਕਿ ਤਿਆਰੀ ਕਰੋ, ਸੋਨੇ ਦੀ ਮੋਹਰਾਂ ਦਾ ਥਾਲ ਭਰ ਲਓ ਤੇ ਚੱਲ ਕੇ ਦਰਸ਼ਨ ਕਰਕੇ ਆਉਂਦੇ ਆ। ਹਾਥੀ ਉੱਤੇ ਸਵਾਰ ਹੋ ਗਏ, ਸਿਪਾਹੀਆਂ ਦਾ ਟੋਲਾ ਨਾਲ, ਤੇ ਪੁੱਜ ਗਏ ਉਸ ਸਥਾਨ ਤੇ ਜਿੱਥੇ ਬ੍ਰਹਮ ਗਿਆਨੀ ਬਾਬਾ ਬੁੱਧੂ ਜੀ ਸੇਵਾ ਕਰਦੇ ਹੁੰਦੇ ਸਨ। ਜਦੋਂ ਉੱਥੇ ਪੁੱਜੇ ਤੇ ਸਿਪਾਹੀ ਨੇ ਅੱਗੇ ਹੋ ਕੇ ਵੇਖਿਆ ਕਿ ਇੱਕ ਬਜ਼ੁਰਗ ਬਾਬਾ ਹੈ, ਉਹ ਜੂਠੇ ਭਾਂਡਿਆਂ ਦੀ ਸੇਵਾ ਕਰ ਰਿਹਾ ਇਕੱਲਾ ਹੀ, ਤੇ ਕੱਪੜੇ ਕੁਪੜੇ ਵੀ ਕਿਉਂਕਿ ਭਾਂਡਿਆਂ ਦੀ ਸੇਵਾ ਕਰਦਿਆਂ ਕਿਤੇ ਨਾ ਕਿਤੇ ਲਿਬੜੇ ਹੋਏ ਨੇ। ਤੇ ਜਾ ਕੇ ਪੁੱਛਦਾ ਸਿਪਾਹੀ ਕਿ ਬਾਬਾ ਜੀ ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਨੂੰ ਮਿਲਣ ਆਏ ਹਾਂ, ਉਹ ਕਿੱਥੇ ਮਿਲਣਗੇ? ਮਹਾਰਾਜਾ ਰਣਜੀਤ ਸਿੰਘ ਮਿਲਣ ਆਏ ਨੇ। ਤੇ ਸਾਹਮਣੇ ਤੋਂ ਉਸ ਬਜ਼ੁਰਗ ਨੇ ਵਾਪਸ ਪੁੱਛ ਲਿਆ ਕਿ ਬੁੱਧੂ ਨੂੰ ਮਿਲਣਾ ਕਿ ਸਾਹਿਬ ਨੂੰ ਮਿਲਣਾ? ਸਿਪਾਹੀ ਕਹਿੰਦਾ ਤੁਸੀਂ ਸ਼ਾਇਦ ਸੁਣਿਆ ਨਹੀਂ, ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਨੂੰ ਮਿਲਣ ਆਏ ਆ। ਕਹਿੰਦੇ ਮੈਂ ਵੀ ਤੇ ਇਹੀ ਪੁੱਛ ਰਿਹਾ ਕਿ ਬੁੱਧੂ ਨੂੰ ਮਿਲਣਾ ਕਿ ਸਾਹਿਬ ਨੂੰ ਮਿਲਣਾ ਹੈ। ਇਤਨੇ ਚ ਮਹਾਰਾਜਾ ਰਣਜੀਤ ਸਿੰਘ ਨੇੜੇ ਆ ਗਏ ਸਨ। ਕਹਿ ਦਿੱਤਾ ਬਜ਼ੁਰਗੋ, ਅਸੀਂ ਕਹਿ ਰਹੇ ਹਾਂ ਬ੍ਰਹਮ ਗਿਆਨੀ ਬਾਬਾ ਬੁੱਧੂ ਸਾਹਿਬ ਨੂੰ ਮਿਲਣ ਆਏ ਆ। ਤੇ ਬਜ਼ੁਰਗ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਾਂਹ ਫੜ ਲਈ।
ਤੇ ਲੈ ਕੇ ਤੁਰੇ। ਉੱਪਰ ਚੁਬਾਰੇ ਤੇ ਗਏ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੀ ਤੇ ਲਿਜਾ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਕਿਹਾ, ਜੇ ਸਾਹਿਬ ਨੂੰ ਮਿਲਣਾ ਹੈ ਤੇ ਜਾ ਸਾਹਮਣੇ ਮਿਲ ਲੈ, ਤੇ ਜੇ ਬੁੱਧੂ ਨੂੰ ਮਿਲਣਾ ਤੇ ਬੁੱਧੂ ਤੇਰੇ ਸਾਹਮਣੇ ਖੜਾ ਹੈ, ਬੁੱਧੂ ਤੇਰੇ ਸਾਹਮਣੇ ਖੜਾ ਹੈ। ਬਸ ਜਿੱਦਨ ਇਹੋ ਜਿਹੀ ਨਿਮਰਤਾ ਆ ਗਈ ਨਾ, ਭੋਲੇ ਭਾਏ ਮਿਲੇ ਰਘੁਰਾਇਆ। ਐਵੇਂ ਥੋੜੀ ਸੇਵਾਵਾਂ ਮਿਲ ਜਾਂਦੀਆਂ ਨੇ। ਮੈਂ ਧੰਨਵਾਦੀ ਹਾਂ ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈਡਗੰਥੀ ਸਾਹਿਬਾਨ, ਸੱਚਖੰਡ ਸ੍ਰੀ ਦਰਬਾਰ ਸਾਹਿਬ, ਮੁੱਖ ਸੇਵਾਦਾਰ ਸਰਦਾਰ ਹਰਜਿੰਦਰ ਸਿੰਘ ਜੀ ਦਾ ਧੰਨਵਾਦੀ ਹਾਂ। ਸਰਬਤ ਸ਼੍ਰੋਮਣੀ ਕਮੇਟੀ ਸਾਧ ਸੰਗਤ ਦਾ, ਗੁਰੂ ਰਾਮਦਾਸ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਦਾ ਧੰਨਵਾਦੀ ਹਾਂ। ਇਹ ਗੱਲ ਤਾਂ ਕਹੀ ਕਿ ਸੇਵਾ ਆਪੇ ਨਹੀਂ ਮਿਲ ਜਾਂਦੀ ਕਿਸੇ ਨੂੰ ਵੀ। ਮੁਕਤ ਭੁਗਤ ਜੁਗਤ ਤੇਰੀ ਸੇਵਾ, ਜਿਸ ਤੂੰ ਆਪ ਕਰਾਏ ਕਿ ਨਹੀਂ ਮੇਰੇ ਵਰਗੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਕਿ ਨਹੀਂ ਕਥਾਵਾਚਕ ਲੋਚਦੇ ਹੋਣਗੇ ਕਿ ਮੰਜੀ ਸਾਹਿਬ ਦੀਵਾਨ ਹਾਲ ਤੋਂ ਜਾ ਕੇ ਕਥਾ ਕਰੀਏ, ਪਰ ਕਥਾ ਤੇ ਉਸੇ ਨੂੰ ਮਿਲੇਗੀ ਜਿਸ ਨੂੰ ਗੁਰੂ ਰਾਮਦਾਸ ਸਾਹਿਬ ਜੀ ਕਿਰਪਾ ਕਰਕੇ ਦੇਣ। ਪ੍ਰਬੰਧ ਦੇ ਮਨ ਦੇ ਵਿੱਚ ਜਿਸ ਬਾਰੇ ਉਹ ਹੁਕਮ ਪਾਉਣ, ਉਸ ਨੂੰ ਸੇਵਾ ਮਿਲੇਗੀ। ਤੇ ਇਸ ਸੇਵਾ ਦਾ ਵੀ ਮਾਣ ਕੋਈ ਕਰ ਲਵੇ ਕਿ ਮੈਂ ਤੇ ਦਰਬਾਰ ਸਾਹਿਬ ਕਥਾ ਕਰਕੇ ਆਇਆ ਹਾਂ। ਨਹੀਂ ਸਜਣਾ, ਤੇਰਾ ਕੀ ਜ਼ੋਰ ਹੈ, ਤੇਰਾ ਕੀ ਜ਼ੋਰ ਹੈ। ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੂਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜਦ ਗੁਰੂ ਰਾਮਦਾਸ ਸਾਹਿਬ ਸਤਿਗੁਰੂ ਜੀ ਵਰਗਿਆਂ ਨੇ ਕਹਿ ਦਿੱਤਾ ਕਿ ਮੈਂ ਤੇ ਲਾਹੌਰ ਦੀ ਗਲੀਆਂ 'ਚ ਰੁਲਦਾ ਫਿਰਦਾ ਸੀ, ਮੈਨੂੰ ਤੇ ਕੋਈ ਗੱਲ ਵੀ ਨਹੀਂ ਸੀ ਪੁੱਛਦਾ, ਗੁਰੂ ਅਮਰਦਾਸ ਸਾਹਿਬ ਸਤਿਗੁਰੂ ਆਪ ਨੇ ਐਸੀ ਮਹਾਨ ਕਿਰਪਾ ਕਰ ਦਿੱਤੀ ਕਿ ਮੇਰੇ ਵਰਗੇ ਕੀੜੇ ਨੂੰ ਥਾਪ ਕੇ ਪਾਤਸ਼ਾਹ ਬਣਾ ਦਿੱਤਾ। ਗੁਰੂ ਸਤਿਗੁਰ ਸੰਗ ਕੀਰੇ ਹਮ ਥਾਪੇ। ਤੇ ਸਾਹਿਬ ਕਹਿ ਰਹੇ ਨੇ ਕਿ ਭਾਗ ਸੰਜੋਇਓ ਰੇ, ਇਹ ਭਾਗ ਕਿਹਨੇ ਜਗਾਏ। ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ, ਉਹਦੀ ਮਰਜ਼ੀ ਹੈ। ਖਿਨ ਮੈਂ ਰਾਉ ਰੰਕ ਕੋ ਕਰਹੀ, ਰਾਉ ਰੰਕ ਕਰ ਡਾਰੇ। ਕਿਸ ਨੂੰ ਪਤਾ ਸੀ ਕਿ ਲਾਹੌਰ ਦੀ ਗਲੀਆਂ 'ਚ ਰੁਲਣ ਵਾਲਾ ਯਤੀਮ ਅਨਾਥ ਬੱਚਾ, ਜਿਹਦੇ ਲਈ ਸ਼ਰੀਕਾਂ ਨੇ ਵੀ ਦਰਵਾਜ਼ੇ ਬੰਦ ਕਰ ਦਿੱਤੇ ਸੀ, ਅੱਜ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵਾ ਬਣ ਜਾਣਗੇ। ਤੇ ਉੱਥੇ ਦਾ ਹੀ ਮਹਾਰਾਜਾ, ਲਾਹੌਰ ਸਿੰਘਾਸਨ ਉੱਤੇ ਬੈਠਣ ਵਾਲੇ ਮਹਾਰਾਜਾ ਰਣਜੀਤ ਸਿੰਘ ਇੱਥੇ ਮੰਗਤੇ ਭਿਖਾਰੀ ਬਣ ਕੇ ਆਉਣਗੇ, ਝੋਲੀ ਅੱਡ ਕੇ ਮੰਗਣਗੇ। ਹੋਈ ਸੀ ਨਾ ਘਟਨਾ, ਗੱਲ ਰਿਪੀਟ ਹੋਵੇ ਤੇ ਪਕੜੇ ਚ ਆ ਜਾਂਦੀ ਹੈ। ਇੱਕ ਛੇਨ ਬੇਨਤੀ ਕਰੀ ਦਿਆਂ, ਇੱਕ ਵਾਰੀ ਮਹਾਰਾਜਾ ਰਣਜੀਤ ਸਿੰਘ ਕੱਲਮ ਕੱਲੇ ਤੁਰ ਕੇ ਨਾ ਦਰਬਾਰ ਸਾਹਿਬ ਆ ਗਏ ਤੇ ਇੱਥੇ ਦਾ ਪ੍ਰਸ਼ਾਸਨ ਜਾਗਿਆ। ਵਜ਼ੀਰ ਕੋਤਵਾਲ ਸਾਰੇ ਦੌੜ ਕੇ ਚਰਨਾਂ ਉੱਤੇ ਡਿੱਗੇ, ਮਹਾਰਾਜਾ ਜੀ ਇਹ ਕੀ ਖੇਡ ਵਰਤਾਈ ਹੈ, ਤੁਸੀਂ ਦੱਸਿਆ ਹੀ ਨਹੀਂ। ਤੁਸੀਂ ਦੱਸਦੇ, ਅਸੀਂ ਗੇਟ ਲਾਉਣੇ ਸਨ, ਸ਼ਹਿਰ ਨੂੰ ਸਜਾਉਣਾ ਸੀ, ਬੈਂਡ ਬਾਜਿਆਂ ਨਾਲ ਤੁਹਾਡਾ ਸਵਾਗਤ ਕਰਨਾ ਸੀ। ਮਹਾਰਾਜਾ ਜੀ ਦੀ ਸਵਾਰੀ ਆ ਰਹੀ ਹੈ, ਸ਼ਾਨ ਨਾਲ ਆਉਣੀ ਚਾਹੀਦੀ ਹੈ। ਤੇ ਮਹਾਰਾਜਾ ਰਣਜੀਤ ਸਿੰਘ ਨੇ ਪਤਾ ਹੈ ਕੀ ਕਿਹਾ? ਕਹਿੰਦੇ ਮਹਾਰਾਜਾ ਨਹੀਂ ਆਇਆ, ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਦਾ ਮੰਗਤਾ ਆਇਆ ਹੈ, ਭਿਖਾਰੀ ਆਇਆ ਹੈ। ਭਿਖਾਰੀਆਂ ਨੂੰ ਸ਼ਾਨ ਸੋਭਦੀ ਨਹੀਂ ਹੈ। ਤੇ ਗਏ ਨੇ ਗੋਡੇ ਟੇਕ ਕੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਸਾਹਮਣੇ, ਝੋਲੀ ਫੈਲਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ, ਤੇ ਕਿਹਾ ਮਲਤਾਨ ਦੇ ਵਿੱਚ ਅਕਾਲ ਪੈ ਗਿਆ ਏ, ਮੀਂਹ ਨਹੀਂ ਪੈ ਰਿਹਾ, ਪ੍ਰਜਾ ਨੇ ਬਗਾਵਤ ਕਰ ਦਿੱਤੀ ਹੈ ਤੇ ਦੁਸ਼ਮਣ ਹਮਲਾ ਕਰਕੇ ਕਬਜ਼ਾ ਕਰ ਲੈਣਾ ਚਾਹੁੰਦਾ ਏ। ਗੁਰੂ ਰਾਮਦਾਸ ਸਾਹਿਬ ਜੀ, ਰਾਜ ਮੇਰਾ ਨਹੀਂ ਤੁਹਾਡਾ ਹੈ, ਮੰਗਤਾ ਬਣ ਕੇ ਆਇਆ, ਕਿਰਪਾ ਕਰੋ ਉੱਥੇ ਮੀਂਹ ਪੈ ਜਾਵੇ, ਬਰਸਾਤ ਪੈ ਜਾਵੇ। ਇਤਿਹਾਸ ਗਵਾਹੀ ਦਿੰਦਾ ਏ ਕਿ ਹਾਲੇ ਮਹਾਰਾਜਾ ਰਣਜੀਤ ਸਿੰਘ ਅਰਦਾਸ ਕਰਕੇ ਦਰਬਾਰ ਸਾਹਿਬ ਤੋਂ ਬਾਹਰ ਨਿਕਲੇ ਨੇ, ਪਰਿਕਰਮਾ ਵਿੱਚ ਹੀ ਨੇ ਕਿ ਗੁਰੂ ਰਾਮਦਾਸ ਸਾਹਿਬ ਜੀ ਦੀ ਕਿਰਪਾ, ਮਲਤਾਨ ਦੇ ਵਿੱਚ ਮੀਂਹ ਪੈਣਾ ਆਰੰਭ ਹੋ ਗਿਆ, ਬਰਸਾਤ ਹੋਣੀ ਆਰੰਭ ਹੋ ਗਈ। ਇਹ ਮੀਂਹ ਪੈ ਰਿਹਾ ਹੈ, ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਸੁਣ ਮਨ ਸੀਖ ਸਾਧੂ ਜਨ ਸਗਲੂ, ਥਾਰੇ ਸਗਲੇ ਪ੍ਰਾਸ਼ਿਤ ਮਿਟਿਓ ਰੇ। ਐ ਮੇਰੇ ਮਨ,
ਤੂੰ ਗੁਰੂ ਸਾਧੂ ਦੀ ਸਿੱਖਿਆ ਸੁਣ ਤੇ ਤੇਰੇ ਸਾਰੇ ਪਾਪ ਜਿਹੜੇ ਨੇ ਉਹ ਮਿਟ ਜਾਣਗੇ। ਤੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਉਪਦੇਸ਼ਾਂ ਨੂੰ ਸੁਣ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨਾਂ ਨੂੰ, ਸਿੱਖਿਆ ਨੂੰ ਸੁਣ, ਤੇਰੇ ਭਾਗ ਜਾਗ ਜਾਣਗੇ, ਤੇਰੇ ਸਾਰੇ ਪਾਪ ਮਿਟ ਜਾਣਗੇ। ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਝੱਟੀਐ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਜਨਮਾਂ ਜਨਮਾਂਤਰਾਂ ਦੀ ਮੈਲ ਕੱਟੀ ਜਾਂਦੀ ਹੈ ਗੁਰੂ ਦੀ ਸਿੱਖਿਆ ਨਾਲ, ਕਿਰਪਾ ਨਾਲ। ਜਾ ਕੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਜਿਸ ਉੱਤੇ ਕਿਰਪਾ ਪ੍ਰਭੂ ਪਰਮਾਤਮਾ ਮਹਾਰਾਜ ਦੀ ਹੋ ਗਈ, ਜਿਹਨੂੰ ਉਹਨੇ ਕਿਰਪਾ ਕਰਕੇ ਦੇ ਦਿੱਤਾ, ਤੇ ਉਹਨੂੰ ਜਿਸ ਗੁਰਮੁਖ ਨੇ ਗੱਠ ਬੰਨ ਲਿਆ, ਦਾਸ ਨਾਨਕ ਜੀ ਕਹਿੰਦੇ ਨੇ, ਕਹਿੰਦੇ ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਉਹ ਗਰਭ ਦੇ ਵਿੱਚ ਦੁਬਾਰਾ ਨਹੀਂ ਪੈਂਦਾ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਗਰਭਾਸ ਨਾ ਪਰਿਆ ਰੇ। ਇਤਨਿਕ ਸੇਵਾ ਪ੍ਰਵਾਨ ਕਰਨੀ, ਬੇਅੰਤ ਹੋਈਆਂ ਭੁੱਲਾਂ ਬਖਸ਼ ਲੈਣਾ। ਗੁਰਦੁਆਰਾ ਸੀਸਗੰਜ ਸਾਹਿਬ, ਉਥੇ ਦਾ ਹੈਡ ਗ੍ਰੰਥੀ ਸੇਵਾਦਾਰ ਹੋਣ ਦੇ ਨਾਤੇ ਆਪ ਸਭ ਲਈ ਅਰਦਾਸ ਹੈ, ਤੇਗ ਬਹਾਦਰ ਸਿਮਰੈ ਹਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਆਓ ਅਖੀਰਲੀ ਪੰਕਤੀ ਪਿਆਰ ਨਾਲ ਪੜ੍ਹੀਏ। ਸੁਣ ਮਨ ਸੀਖ ਸਾਧੂ ਜਨ ਸਗਲੋ, ਥਾਰੇ ਸਗਲੇ ਪ੍ਰਾਸ਼ਿਤ ਮਿਟਿਓ ਰੇ। ਜਾਗੋ ਲਹਿਣੋ ਮਹਾਰਾਜ ਰੀ ਗਾਠੜਿਓ, ਜਨ ਨਾਨਕ ਗਰਭਾਸ ਨਾ ਪੌੜਿਓ ਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।